ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨਾ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੀ। ਏਕ ਹਰੀ ਦਾ ਸਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਯਹ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਯਹ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਦੀ ਕਿਰਪਾ ਰਹਿਮਤ ਹੋਈ ਜੋ ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਸਮੇਂ ਆਪਾਂ ਨੂੰ ਸਤਸੰਗ ਘੜੀਆਂ ਪ੍ਰਾਪਤ ਹੋਈਆਂ ਹਨ। ਇਤਿਹਾਸ ਦੀ ਕਥਾ ਦਾ ਜੋ ਸਮਾਂ ਹੈ, ਮਹਾਨ ਵਿਦਵਾਨ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ ਦੁਆਰਾ ਰਚਿਤ ਮਹਾਨ ਇਤਿਹਾਸਕ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਲੜੀਵਾਰ ਚੱਲ ਰਹੀ ਹੈ। ਤੁਮ ਮਾਈ ਭਾਈ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। 52ਵੇਂ ਅਧਿਆਏ ਉੱਤਰਾਰਧ ਭਾਗ ਵਿੱਚ ਕੱਲ ਆਪਾਂ ਇਹ ਕਥਾ ਸਰਵਣ ਕੀਤੀ ਜੋ ਸਾਂਚੀ ਨਾਲ ਜੰਗ ਯੁੱਧ ਹੋਇਆ ਹੈ ਕਿ ਕਿਸ ਤਰ੍ਹਾਂ ਫਿਰ ਸਾਹਿਬ ਬਾਬਾ ਰਾਮ ਸਿੰਘ ਜੀ ਬੇਦੀ ਉਹਨਾਂ ਦੀ ਸ਼ਹੀਦੀ ਹੋਈ। ਉਪਰੰਤ ਭਾਈ ਥਰਾਜ ਸਿੰਘ ਨੇ ਇਹ ਸਾਂਚੀ ਦਾ ਕਿਵੇਂ ਸਿਰ ਵੱਢਿਆ। ਤਾਂ ਜਦੋਂ ਇਸ ਤਰ੍ਹਾਂ ਦੀ ਹਾਲਾਤ ਹੋਈ ਹੈ, ਤੁਰਕਾਂ ਦੀਆਂ ਸੁੱਧ ਬੁੱਧ ਭੁੱਲ ਗਈਆਂ ਨੇ। ਆਓ ਅੱਗੇ ਪਿਆਰ ਸਤਿਕਾਰ ਨਾਲ ਇਤਿਹਾਸ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਬੈ ਸਾਹਚੀ ਰਣ ਹਤਿਓ ਬੜਿਓ ਸਿੰਘਨ ਉਤਸ਼ਾਹੀ। ਜਦੋਂ ਭਾਈ ਥਰਾਜ ਸਿੰਘ ਨੇ ਸਾਂਚੀ ਨੂੰ ਮੈਦਾਨੇ ਜੰਗ ਵਿੱਚ ਮਾਰਿਆ ਤਾਂ ਸਿੰਘਾਂ ਦਾ ਬਹੁਤ ਉਤਸ਼ਾਹ ਵੱਧ ਗਿਆ। ਭੂਲੀ ਸਾਤੋਂ ਸੁਧ ਤਰੁਕੈ ਝੂਲੀ ਮ੍ਰਿਤ ਸਿਰ ਤਾਹੀ। ਤੁਰਕਾਂ ਨੂੰ ਸੱਤੇ ਸੁੱਧਾਂ ਭੁੱਲ ਗਈਆਂ। ਉਹਨਾਂ ਦੇ ਸਿਰ ਤੇ ਮੌਤ ਝੂਲਣ ਲੱਗ ਪਈ। ਚੌ ਪਈ ਉੱਡੇ ਹਵਾਸ ਹੁਲਾਸ ਪਠਾਨੈ। ਪਠਾਣਾਂ ਦੇ ਹੋਸੋ ਹਵਾਸ ਉੱਡ ਗਏ। ਪਰਿਓ ਮੂੰਡ ਜਾਣੇ ਆਬ ਮਸਾਨੈ। ਇਉਂ ਜਾਣੋ ਉਹਨਾਂ ਦੇ ਸਿਰ ਤੇ ਮਸਾਣਾਂ ਦਾ ਹੀ ਪਾਣੀ ਪੈ ਗਿਆ। ਤਰਾਸ ਖਾਸ ਦੀਏ ਦਲ ਅਸਮਾਨੀ।
ਇਸ ਤਰ੍ਹਾਂ ਭਾਈ ਅਸਮਾਨੀ ਸ਼ਹੀਦੀ ਫੌਜਾਂ ਨੇ ਵੀ ਆਪਣਾ ਉਹਨਾਂ ਨੂੰ ਡਰ ਦਿਖਾਇਆ। ਸੁੱਟੇ ਪਛਾਰ ਅਪਾਰ ਦੁਰਾਨੀ, ਦੁਰਾਨੀਏ ਬਹੁਤ ਪਛਾੜ ਕੇ ਸੁੱਟ ਦਿੱਤੇ ਹਨ। ਹਰ ਭੈ ਭੀਤ ਭੀਤ ਮੁਖ ਜਾਪੈ, ਔਰ ਬਹੁਤ ਹੀ ਭੈ ਭੀਤ ਹੋਏ, ਪੀਲੇ ਮੁਖ ਹੋ ਗਏ ਦੁਰਾਨੀਆਂ ਦੇ। ਗੈਰ ਗੈਰ ਪਰਤ ਧਰਤ ਪਾਰੇ ਆਪੈ, ਧਰਤੀ ਦੇ ਉਹ ਡਿਗ ਡਿਗ ਪੈਂਦੇ ਹਨ। ਤੇਗ ਬੇਗ ਸਿੰਘਨ ਤਬ ਬਾਹੀ, ਸਿੰਘਾਂ ਨੇ ਪੂਰੀ ਤੇਜ਼ੀ ਨਾਲ ਤਲਵਾਰ ਵਾਹੀ। ਘਾਨ ਪਠਾਨਨ ਕੇ ਦਏ ਲਾਹੀ, ਪਠਾਣਾਂ ਦੇ ਘਾਣ ਲਾ ਤੇ ਭਾਵ ਲੋਥਾਂ ਤੇ ਲੋਥਾਂ ਚਾੜਤੀਆਂ ਵੜ ਵੜ ਸਿੰਘਾਂ ਨੇ। ਚੱਲੇ ਭਾਗ ਵਿੱਚ ਲਿਆਓ ਦਲ ਐਸੇ, ਤੇ ਪਠਾਨ ਦੁਰਾਨੀਏ ਭੱਜ ਚੱਲੇ, ਦਾਲੇ ਉਹਨਾਂ ਦਾ ਇਉਂ ਖਿੰਡ ਗਿਆ। ਗਜ ਗਨ ਝਾਪਟ ਸ਼ੇਰ ਤੈ ਜੈਸੇ, ਜਿਵੇਂ ਬਹੁਤੇ ਹਾਥੀਆਂ ਦਾ ਝੁੰਡ ਹੋਵੇ ਤੇ ਸ਼ੇਰ ਝਪਟ ਮਾਰਦਾ, ਹਾਥੀ ਖਿੰਡ ਜਾਂਦੇ ਹਨ। ਛੱਕੇ ਛੁੱਟੇ ਦਾਂਤ ਭਏ ਖੱਟੇ, ਦੁਰਾਨੀਆਂ ਦੇ ਛੱਕੇ ਛੁੱਟ ਗਏ, ਦੰਦ ਖੱਟੇ ਹੋ ਗਏ, ਭਾਵ ਹਾਰ ਹੋਈ। ਝੂਰਨ ਤੂਰਨ ਪਿੱਛੇ ਹਟੇ, ਇਉਂ ਭਾਈ ਝੂਰਦੇ ਹੋਏ ਤੁਰੰਤ ਪਿੱਛੇ ਹਟ ਗਏ ਨੇ। ਕਾਇਰ ਸੁਭੱਟ ਭਏ ਸਮ ਏਕੈ, ਉਹ ਜਦੋਂ ਭੱਜੇ ਜਾਂਦੇ, ਚਾਹੇ ਉਹਨਾਂ 'ਚ ਕੋਈ ਕੈਰ ਸੀ ਚਾਹੇ ਸੂਰਮਾ, ਹੁਣ ਤੇ ਦੋਵੇਂ ਇੱਕੋ ਜਿਹੇ ਹੋ ਗਏ ਹਨ। ਠਹਿਰ ਗਹਿਰ ਕੋ ਲਰਿਓ ਨ ਨੇਕੈ, ਕੋਈ ਚੰਗੀ ਤਰ੍ਹਾਂ ਤਕੜਾ ਹੋ ਕੇ ਨਹੀਂ ਹੁਣ ਲੜਿਆ ਹੈ। ਬਿਨ ਬਜੰਤਰੀ ਨਚਤ ਨਾ ਨਾਚਾ, ਬਾਜਾ ਵਜਾਉਣ ਵਾਲੇ ਤੋਂ ਬਿਨਾਂ ਜਿਵੇਂ ਨਾਚਾ ਨਾਚ ਨਹੀਂ ਕਰਦਾ। ਕੇਵਟ ਬਿਨ ਜਹਾਜ ਕਿਮ ਜਿਮ ਕਾਚਾ, ਕੇਵਟ ਬਿਨ ਜਹਾਨ ਜਿਮ ਕਾਚਾ, ਮਲਾਹ ਤੋਂ ਬਿਨਾਂ ਜਿਵੇਂ ਸਵਾਰੀਆਂ ਸਭ ਕੱਚੀਆਂ ਹੁੰਦੀਆਂ ਨੇ, ਲਾਉਣਾ ਤਾਂ ਸਿਰੇ ਬੇੜਾ ਮਲਾਹ ਨਹੀਂ ਹੈ। ਥਾਏ ਨ ਸਿਆਪਾ ਬਿਨ ਉਲਾਹਾਨੀ, ਅਲਾਹਣੀਆਂ ਦੇਣ ਵਾਲੀ ਤੋਂ ਬਿਨਾਂ ਜਿਵੇਂ ਅੱਗੇ ਮੌਤ ਮੂਹਰੇ ਅਲਾਹਣੀਆਂ ਪੜ੍ਹੀਆਂ ਜਾਂਦੀਆਂ ਸੀ ਜਦੋਂ ਕੋਈ ਵਿਸ਼ੇਸ਼ ਤਰ੍ਹਾਂ ਦਾ ਸਿਆਪਾ ਕਰਦੇ ਸਨ, ਤੇ ਉਹਦੇ ਵੀ ਗੁਰਮੁਖੋ ਗਿਣਤੀ ਹੁੰਦੀ ਸੀ। ਕਿੰਨੇ ਵੇਰੀ ਜਿਹੜਾ ਹੈ ਗੱਲਾਂ ਪਿੱਟਣੀਆਂ, ਕਿੰਨੇ ਵੇਰੀ ਛਾਤੀ ਦੇ ਹੱਥ ਮਾਰਨਾ, ਕਿੰਨੇ ਵੇਰੀ ਪੱਟਾਂ ਤੇ ਹੱਥ ਮਾਰਨਾ, ਕੀ ਮੂਹਰੇ ਜਿਹੜੇ ਆ ਗੀਤ ਜੇ ਗਾਉਣੇ ਆ। ਇਹ ਪੁਰਾਣਿਆਂ ਸਮਿਆਂ ਵਿੱਚ ਹੁੰਦਾ ਸੀ। ਫਿਰ ਜਿਹੜੀ ਕੋਈ ਸਿਆਪਾ ਕਰਨ ਜਾਣਦੀ ਹੁੰਦੀ ਸੀ ਉਹਨੂੰ ਮੂਹਰੇ ਲਾ ਕੇ ਲੈ ਕੇ ਜਾਂਦੀ ਹੁੰਦੀ ਸੀ, ਉਹ ਕਰਾਉਂਦੀ ਸੀ, ਇਉਂ ਕਰ ਇਉਂ ਕਰ। ਉਹ ਕਹਿੰਦੇ ਭਾਈ ਲਾਹਣੀਆਂ ਉਹਨੂੰ ਕਿਹਾ ਜਾਂਦਾ ਸੀ। ਲਾਹਣੀਆਂ ਜਿਵੇਂ ਹੁਣ ਮਹਾਰਾਜ ਨੇ ਫਿਰ ਇਹ ਕਾਰਜ ਬੰਦ ਕੀਤਾ। ਗੁਰੂ ਸਾਹਿਬ ਕਹਿੰਦੇ ਭਾਈ ਸੱਚੀ ਅਲਾਹਣੀ ਪੜੋ ਤਾਂ ਝੂਠੀਆਂ ਨੇ, ਝੂਠੀਆਂ ਹੁੰਦੀਆਂ। ਹਾਏ ਤੂੰ ਐਂ ਕਰਦਾ ਹੁੰਦਾ ਸੀ, ਤੂੰ ਤਾਂ ਕਦੇ ਮਾੜਾ ਲੀੜਾ ਨਹੀਂ ਸੀ ਪਾਇਆ, ਚਾਹੇ ਧੋ ਕੇ ਵੀ ਨਾ ਦਿੰਦੀਆਂ ਹੁਣ, ਪਰ ਲੋਕਾਂ ਨੂੰ ਸੁਣਾਉਣਾ ਤੂੰ ਤਾਂ ਲਾਹ ਕੇ ਸੁੱਟ ਦਿੰਦਾ ਸੀ। ਇਹੋ ਜਿਹੀਆਂ ਲਾਹਣੀਆਂ ਹੁੰਦੀਆਂ ਸੀ ਕੱਚੀਆਂ ਪਿੱਲੀਆਂ। ਤੈਂ ਕਦੇ ਮਾੜੀ ਰੋਟੀ ਨਹੀਂ ਸੀ ਖਾਧੀ, ਤੂੰ ਕਦੇ ਐਂ ਨਹੀਂ ਸੀ ਕੀਤਾ, ਫਿਰ ਫਲਾਣਾ ਕਰਦਾ। ਉਹ ਝੂਠ ਤਪਾਨ ਚੱਲੀ ਜਾਂਦਾ ਸੀ। ਲੇਕਿਨ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਸੱਚੀ ਅਲਾਹਣੀ ਜਿਹੜੀ ਹੈ ਸਾਨੂੰ ਉਹ ਦੱਸੀ, ਜੋ ਕਿ ਫਿਰ ਰੀਤੀ ਮਰਜ਼ਾਦਾ ਪੰਥ ਦੇ ਵਿੱਚ ਚੱਲੀ ਹੈ। ਜਦ ਕੋਈ ਮ੍ਰਿਤਕ ਪ੍ਰਾਣੀ ਦਾ ਸੰਸਕਾਰ ਕੀਤਾ ਜਾਂਦਾ ਹੈ ਤਾਂ ਅਲਾਹਣੀਆਂ ਦਾ ਪਾਠ ਕਰਦੇ। ਮਹਾਰਾਜ ਇਹ ਸੱਚੀਆਂ ਅਲਾਹਣੀਆਂ ਜਿਹੜੀਆਂ ਨੇ ਉਹ ਅਕਾਲ ਪੁਰਖ ਪਰਮਾਤਮਾ ਦੇ ਨਾਮ ਨਾਲ ਜੁੜਨ ਦੇ ਉਪਦੇਸ਼ ਹੀ ਹੈ, ਜੋ ਸਾਨੂੰ ਦੱਸਿਆ ਹੈ ਕਿ ਭਾਈ ਇਹ ਅਲਾਹਣੀਆਂ ਪੜੋ। ਉਹ ਕੱਚੀਆਂ ਪਿੱਲੀਆਂ ਅਲਾਹਣੀਆਂ ਨਾਲ ਜੀਵ ਦਾ ਭਲਾ ਨਹੀਂ ਹੁੰਦਾ ਹੈ। ਇਸ ਕਰਕੇ ਉਹਨੂੰ ਕਹਿੰਦਾ ਉਲਾਹਣੀ, ਅਲਾਹਣੀਆਂ ਦੇਣ ਵਾਲੀ। ਉਹ ਤੋਂ ਬਿਨਾਂ ਗਿਆਨੀ ਜੀ ਕਹਿੰਦੇ ਭਾਈ ਥਾਏ ਨਾ ਸਿਆਪਾ ਬਿਨ ਉਲਾਹਣੀ, ਉਲਾਹਣੀਆਂ ਤੋਂ ਬਿਨਾਂ ਦੇ ਜਿਹੜੀ ਪੜਨ ਵਾਲੀ ਉਹ ਤੋਂ ਬਿਨਾਂ ਜਿਵੇਂ ਸਿਆਪਾ ਨਹੀਂ ਹੁੰਦਾ। ਬਿਨ ਅਫਸਰ ਹੋਇ ਤੈ ਸੁਬਾਹਨੀ,
ਇਸੇ ਤਰ੍ਹਾਂ ਜਿਹੜਾ ਅਫਸਰ ਮੁਖੀ ਹੁੰਦਾ ਹੈ ਨਾ ਫੌਜ ਦਾ, ਉਹ ਤੋਂ ਬਿਨਾਂ ਫੌਜ ਦਾ ਹਾਲ ਹੈ। ਭਾਗੇ ਗਿਲਜੇ ਸਿੰਘਨ ਅਗਾਰੀ, ਗਿਲਜੇ ਹੁਣ ਸਿੰਘਾਂ ਦੇ ਅੱਗੇ ਭੱਜ ਚੱਲੇ ਹਨ। ਗੋ ਧਨ ਮ੍ਰਿਗ ਜਿਮ ਭਾਗ ਨਿਹਾਰੀ, ਜਿਵੇਂ ਸ਼ੇਰ ਨੂੰ ਵੇਖ ਕੇ ਗਊਆਂ ਦਾ ਵੱਗ ਤੇ ਹਰਨ ਦੌੜ ਜਾਂਦੇ ਨੇ। ਇੱਕ ਸਿੰਘ ਆਗੇ 100 ਭਾਗੇ, ਇੱਕ ਇੱਕ ਸਿੰਘ ਦੇ ਅੱਗੇ 100 ਭੱਜਦੇ ਆ। ਇਹ ਗੁਰਮੁਖੋ ਇਹ ਕਲਗੀਧਰ ਪਾਤਸ਼ਾਹ ਦੀ ਹੋਈ ਬਰਕਤ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ 1.25 ਲੱਖ ਸੇਕ ਲੜਾਉ, ਇਹਦਾ ਭਾਵ ਹੈ ਕੋਈ। ਹੁਣ ਆਮ ਆਪਾਂ ਨੂੰ ਜਿਹੜਾ ਹੈ ਕਿ ਇਉਂ ਇਹਦੀ ਜਾਣਕਾਰੀ ਵੀ ਚਲੋ ਸਾਂਝੀ ਹੋ ਜੇ। ਇਹ ਬੜੇ ਮਹਾਰਾਜ ਦਾ ਇੱਕ ਬਹੁਤ ਡੂੰਘਾ ਭਾਵ ਸੀ ਕਿ ਮਹਾਰਾਜ ਨੇ 1.25 ਲੱਖ ਕਿਉਂ ਕਿਹਾ। 1.5 ਕਹਿ ਸਕਦੇ ਸੀ, ਲੱਖ ਕਹਿ ਸਕਦੇ ਆ, ਜਾਂ 2 ਲੱਖ 2.5 ਲੱਖ, ਕਿੰਨਾ ਵੀ 1.25 ਲੱਖ ਕਹਿਣ ਦਾ ਮਤਲਬ ਕੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਪੰਗਤੀ ਆਉਂਦੀ ਹੈ 1.25 ਲੱਖ ਪੇਕਾਂਬਰ ਤਾਕੇ। ਇਹ ਜਿਹੜੇ ਤੁਰਕ ਸਨ ਮੁਸਲਮਾਨ, ਇਹਨਾਂ ਦੇ ਪੈਗੰਬਰ ਮੰਨੇ ਨੇ, ਉਹਨਾਂ ਦੀ ਗਿਣਤੀ 1.25 ਲੱਖ ਹੈ। ਤੇ ਜਿਹੜੇ ਕਿ ਸਾਰੇ ਵੱਖ-ਵੱਖ ਤਾਕਤਾਂ ਦੇ ਰੂਪ ਵਿੱਚ ਮੰਨਦੇ ਆ। ਜਿਵੇਂ ਹੁਣ ਆਪਾਂ ਕਹਿੰਦੇ ਵੀ ਹਿੰਦੂ ਕਹਿੰਦੇ ਨੇ ਨਾ ਵੀ 96 ਕਰੋੜ ਦੇਵੀ ਦੇਵਤੇ ਹੈ। ਇਹ ਇੱਕ ਕੀ ਹੈ ਕਿ ਸ਼ਕਤੀਆਂ ਰੂਪ ਆ, ਉਹਦੇ ਕਿਰਤਮ ਨਾਮ ਨੇ ਅਸਲ ਵਿੱਚ ਤਾਂ। ਤੇ ਮੁਸਲਮਾਨ 1.25 ਲੱਖ ਪੈਗੰਬਰ ਮੰਨਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੇਰਾ ਖਾਲਸਾ ਹੀ ਇਹ ਸਾਰਾ ਸਭ ਤੁਹਾਡੇ 1.25 ਲੱਖ ਪੈਗੰਬਰਾਂ ਤੋਂ ਦੇ ਬਰਾਬਰ ਹੈ। ਇੱਕ ਸਿੰਘ, ਇਹ ਸੀ ਅਸਲ ਵਿੱਚ ਮਨੋਵਿਗਿਆਨਕ ਤੱਥ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ, ਜੋ ਕਿਹਾ 1.25 ਲੱਖ ਸੇਕ ਲੜਾਉ, ਤਵੈ ਗੋਬਿੰਦ ਸਿੰਘ ਨਾਮ ਕਹਾਉ। ਵੀ ਤੁਹਾਡੇ ਹੋਣਗੇ 1.25 ਲੱਖ ਪੈਗੰਬਰ, ਪਰ ਮੇਰਾ ਖਾਲਸਾ ਤੁਹਾਡੇ 1.25 ਲੱਖ ਪੈਗੰਬਰਾਂ ਦੇ ਬਰਾਬਰ ਹੈ। ਤੁਸੀਂ ਤਾਂ ਚੀਜ਼ ਕੀ ਹੋ ਮੇਰੇ ਖਾਲਸੇ ਅੱਗੇ। ਇਹ ਭਾਵ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਹਿਣ ਦਾ। ਉਹ ਜਿਹੜਾ ਹੈ ਕਿ ਇੱਕ ਸਿੰਘ ਦੇ ਅੱਗੇ 100, ਇੱਕ ਸਿੰਘ ਆਗੇ 100 ਭਾਗੇ, 100 ਭੱਜਿਆ ਜਾਂਦਾ ਹੈ। ਗਾਡਰ ਜੈਸ ਗਡਰੀਏ ਆਗੇ, ਜਿਵੇਂ ਭੇਡਾਂ ਚਾਰਨ ਵਾਲਾ ਹੁੰਦਾ ਉਹਦੇ ਅੱਗੇ ਭੇਡਾਂ ਭੱਜੀਆਂ ਜਾਂਦੀਆਂ ਨੇ। ਬਨ ਕੇਲੇ ਕੋ ਵਾਢੀ ਜੈਸੇ, ਜਿਵੇਂ ਕੇਲਿਆਂ ਦੇ ਬਾਗ ਨੂੰ ਤਰਖਾਣ ਵੜਦਾ ਹੈ। ਵੱਢੈ ਸਿੰਘ ਗਿਲਜਿਓਂ ਕੋ ਤੈਸੇ, ਵੱਢੈ ਸਿੰਘ ਗਿਲਜਿਆਂ ਨੂੰ ਸਿੰਘਿਓਂ ਵੜਦੇ ਹਨ। 10 ਕੋਸ ਲਓ ਦਲ ਤੁਰ ਕਾਨੀ, 10 ਕੋਹ ਤੱਕ ਤੁਰਕਾਂ ਦਾ ਦਲ। ਦੁਵਿਧਾ ਸਿੰਘਨ ਕੀਨੋ ਫਾਨੀ, 2 ਤਰ੍ਹਾਂ ਦੀਆਂ ਸਿੰਘਾਂ ਦੀਆਂ ਫੌਜਾਂ ਨੇ ਤੁਰਕਾਂ ਦਾ ਦਲ ਫਨਾਹ ਕੀਤਾ 10 ਕੋਹ ਤੱਕ। ਇੱਕ ਭਾਈ ਜੋ ਗੁਪਤ ਰੂਹ ਸ਼ਹੀਦੀ ਫੌਜਾਂ, ਦੂਜਾ ਪ੍ਰਤੱਖ ਸਿੰਘ ਹਨ। ਜਹਾਂ ਜਾਹੇ ਸਿੰਘ ਤਹਾਂ ਨਿਹਾਰੈ, ਤੁਰਕ ਜਿੱਧਰ ਨੂੰ ਵੀ ਜਾਂਦੇ ਉਹਨਾਂ ਨੂੰ ਸਿੰਘ ਹੀ ਦੀਂਦੇ ਹਨ। ਪਰੇ ਅਧਰਮੇ ਤੁਰਕ ਅਪਾਰੈ, ਤੁਰਕ ਬਹੁਤ ਭਾਈ ਅਧਰਮੇ, ਆ ਧਰਮੇ ਧਰਤੀ ਤੇ ਆ ਪਏ। ਤੇ ਅਧਰਮ ਕਹੀਏ ਵੀ ਉਹਨਾਂ ਦਾ ਧਰਮੀ ਜਿਹੜਾ ਹੈ ਉਹ ਖਤਮ ਹੋ ਗਿਆ, ਧਰਤੀ ਤੇ ਪਏ ਨੇ, ਕੋਈ ਲੋਥ ਸੰਭਾਲਣ ਵਾਲਾ ਵੀ ਨਹੀਂ। ਤੁਮੇ ਪਰੇ ਦਲ ਮਲੇ ਭਾਰੈ, ਤੁਮ ਇੱਕ ਟੁਕੜੀ ਫੌਜ ਦੀ, ਭਾ ਬੜੇ ਬੜੇ ਤੁਮੇ ਦਲੇ ਮਲੇ ਪਏ ਹਨ। ਦੀਨ ਹੋਏ ਵਹਿ ਸੋਚਾਰੈ, ਉਹ ਦੀਨ ਨਿਮਾਣੇ ਹੋ ਕੇ ਉਹ ਬੇਨਤੀਆਂ ਕਰਦੇ ਐ। ਆਗੇ ਹੀ ਤੁਮਰੇ ਬਹੁ ਭਾਈ, ਡਿੱਗੇ ਪਏ ਜਦੋਂ ਸਿੰਘ ਦਾਲੇ ਹੁੰਦਾ, ਕਹਿੰਦੇ ਉਹ ਸਿੰਘਾਂ ਅੱਗੇ ਤੁਹਾਡੇ ਜਿਹੜੇ ਭਰਾ ਨੇ। ਮਾਰ ਪੀਟ ਗਏ ਡਾਰ ਇਥਾਈ, ਸਾਨੂੰ ਮਾਰ ਕੁੱਟ ਕੇ ਇੱਥੇ ਸੁੱਟ ਗਏ ਹਨ। ਅੰਮ੍ਰਿਤਸਰ ਕੀ ਕਸਮ ਤੁਮੈ ਹੈ, ਤੇ ਤੁਹਾਨੂੰ ਅੰਮ੍ਰਿਤਸਰ ਸਾਹਿਬ ਦੀ ਕਸਮ ਹੈ। ਬਖਸ਼ੋ ਜਾਨ ਇਮਾਨ ਹਮੈ ਹੈ, ਸਾਡਾ ਧਰਮ ਤੇ ਸਾਡੀ ਜਾਨ ਤੁਸੀਂ ਬਖਸ਼ ਦੇਵੋ। ਹਮ ਅਰ ਹਮਰੀ ਸੰਤ ਤਜੇ ਹੋਏ,
ਅਸੀਂ ਤੇ ਸਾਡੀ ਜਿਹੜੀ ਗਾਹਾਂ ਔਲਾਦ ਹੋਵੇਗੀ, ਇਸ ਦੇਸ਼ ਫਿਰ ਕਭੀ ਨਾ ਹੈ, ਆਦੇਸ਼ ਵਿੱਚ ਫਿਰ ਕਦੇ ਨਹੀਂ ਆਵੇਗੀ। ਸੋਨ ਸਿੰਘ ਤਰਸ ਗਾਰ ਤਜਦਾ ਹੈ, ਤੇ ਸਿੰਘਾਂ ਅੰਦਰ ਹੁਣ ਦਇਆ ਵੀ ਭਰੀ ਹੈ ਮਹਾਰਾਜ ਨੇ, ਤਰਸ ਖਾ ਕੇ ਛੱਡ ਦਿੰਦੇ ਹਨ। ਆ ਯੁੱਧ ਅਸਬ ਛੀਨ ਤਿਨ ਲੈ ਹੈ, ਉਹਦੇ ਸ਼ਾਸਤਰ ਤੇ ਘੋੜਾ ਵਗੈਰਾ ਜੋ ਸਿੰਘ ਖੋਹ ਲੈਂਦੇ ਨੇ। ਦਰਦ ਨ ਜਿਨੈ ਸੋ ਗਰਦਨ ਮਾਰੈ, ਜਿਨ੍ਹਾਂ ਨੂੰ ਤਰਸ ਨਹੀਂ ਆਉਂਦਾ ਉਹ ਧੌਣ ਤੇ ਤਲਵਾਰ ਵੀ ਮਾਰ ਦਿੰਦੇ ਹਨ। ਧਾਰਨ ਸਤਰੈ ਮਾਰ ਨਸਾਰੈ, ਤਲਵਾਰਾਂ ਦੀਆਂ ਧਾਰਾਂ ਨਾਲ ਦੁਸ਼ਮਣ ਨੂੰ ਮਾਰ ਕੇ ਨਾਸ਼ ਕਰ ਦਿੰਦੇ ਨੇ। ਜੇਹਲਮ ਲਓ ਪਾਛੇ ਸਿੰਘ ਗਏ, ਜੇਲਮ ਤੱਕ ਸਿੰਘ ਉਹਨਾਂ ਦੇ ਪਿੱਛੇ ਗਏ ਹਨ। ਮਾਰ ਸਥਾਰ ਅਪਾਰ ਕਰੇ, ਮਾਰ ਮਾਰ ਕੇ ਬਹੁਤ ਸੱਥਰ ਲਾ ਦਿੱਤੇ ਹਨ। ਹੱਥ ਮੱਥ ਸੱਥਲ ਪੱਗ ਤੈ ਹੈ, ਹੱਥ ਮੱਥੇ ਪੱਟ ਪੈਰ ਇਉਂ ਭਾਈ ਇੱਕ ਦੂਜੇ ਦੇ ਅਗੜ ਦੁਗੜ ਹੋਏ ਪਏ ਹਨ। ਰੁੰਡ ਮੁੰਡ ਤੁੰਡ ਝੁੰਡ ਯੁਤੈ ਹੈ, ਬਹੁਤ ਜਿਹੜੇ ਧੜ ਉਹ ਸਿਰ ਤੇ ਮੂੰਹਾਂ ਤੋਂ ਬਿਨਾਂ ਪਏ ਨੇ, ਕੋਈ ਭਾਈ ਸਿਰ ਮੂੰਹਾਂ ਦੇ ਸਹਿਤ ਪਏ ਹਨ। ਧਰਾ ਸਕੀਰਣ ਸਗਲੀ ਥਾਈ, ਧਰਤੀ ਸਾਰੀ ਲਾਲ ਹੋ ਗਈ ਹੈ। ਖਾਵਤ ਪਲ ਚਰ ਮੋਦ ਮਨਾਈ, ਮਾਸ ਖਾਣੇ ਜੀਵ ਮਾਸ ਖਾਂਦੇ ਤੇ ਖੁਸ਼ੀਆਂ ਮਨਾਉਂਦੇ ਐ। ਮੇਦ ਮਾਸ ਰਤ ਰਜ ਮਿਲ ਭੂਰੈ, ਮਿਜ ਮਾਸ ਲਹੂ ਇਉਂ ਬਹੁਤ ਭਾਈ ਧੂੜੀ ਵਿੱਚ ਮਿਲ ਕੇ ਮਿੱਟੀ ਵਿੱਚ। ਮਚਿਓ ਕੀਚ ਧਰ ਵੀਚ ਜ਼ਰੂਰ ਹੈ, ਧਰਤੀ ਤੇ ਚੰਗੀ ਤਰ੍ਹਾਂ ਚਿੱਕੜ ਹੋਇਆ ਪਿਆ ਹੈ। ਲਾਲ ਗੁਲਾਲ ਭਈ ਧਰ ਸਾਰੀ, ਧਰਤੀ ਸਾਰੀ ਗੁਲਾਲ ਰੰਗ ਵਰਗੀ ਹੋ ਗਈ ਹੈ। ਜਨ ਸੁਹਾਗ ਕੀ ਪਨਹੀ ਸਾਰੀ, ਜਨ ਸੁਹਾਗ ਕੀ ਪਹਿਨੀ ਸਾਰੀ, ਜਿਵੇਂ ਸੁਹਾਗ ਦੀ ਹੋਈ ਸਾੜੀ ਪਹਿਨੀ ਹੋਵੇ। ਜਿਤ ਕਿਤ ਭਰੇ ਲਹੂ ਕੇ ਛੱਪਰ, ਜਿੱਥੇ ਕਿੱਥੇ ਵੇਖੋ ਖੂਨ ਦੇ ਛੱਪੜ ਭਰੇ ਪਏ ਐ। ਜੋਗਨ ਭੋਗਨ ਭਰ ਭਰ ਖੱਪਰ, ਜੋਗਣੀਆਂ ਭਰ ਭਰ ਕੇ ਖੱਪਰ ਪੀਂਦੀਆਂ ਨੇ। ਨਿਜ ਪੂਤਨ ਕੋ ਦੈ ਦੈ ਲੋਰੀ, ਆਪਣਿਆਂ ਪੁੱਤਰਾਂ ਨੂੰ ਜੋਗਣੀਆਂ ਲੋਰੀਆਂ ਦੇ ਦੇ ਕੇ। ਪੂਰ ਪਿਲਾਵਤ ਲਹੂ ਕਟੋਰੀ, ਇਉਂ ਭਾਈ ਕਟੋਰੀਆਂ ਖੂਨ ਦੀਆਂ ਭਰ ਭਰ ਕੇ ਪਿਆਉਂਦੀਆਂ ਹਨ। ਭੂਤ ਪ੍ਰੇਤ ਪਿਸਾਚ ਖਵੀਸੈ, ਜਿਨਨੇ ਭੂਤ ਪ੍ਰੇਤ ਖਵਾਚ ਜੈਨ ਖਵੀਸ ਦਿਓ ਹਨ। ਰਜ ਰਜ ਸਿੰਘੈ ਦਈ ਅਸੀਸੈ, ਪੂਰੇ ਰਜ ਰਜ ਕੇ ਫਿਰ ਸਿੰਘਾਂ ਨੂੰ ਅਸੀਸਾਂ ਦਿੰਦੇ ਹਨ। ਸਿਰ ਸੁਪਟਨ ਕੇ ਰੁਦਰ ਅਮਿਤੈ, ਸੂਰਮਿਆਂ ਦੇ ਬਹੁਤੇ ਜਿਹੜੇ ਸਿਰ ਹਨ ਉਹ ਭਾਈ ਸ਼ਿਵਜੀ ਜੋ ਹੈ, ਇਉਂ ਪੁਰਾਣੇ ਸਮੇਂ ਗ੍ਰੰਥਾਂ ਵਿੱਚ ਲਿਖਿਆ ਕਿ ਜਦੋਂ ਜੰਗ ਯੁੱਧ ਹੁੰਦੀ ਸੀ, ਜਿਹੜਾ ਸ਼ਿਵਜੀ ਸੀ ਨਾ, ਉਹ ਫਿਰ ਸੂਰਮਿਆਂ ਦੇ ਜਿਨ੍ਹਾਂ ਦੇ ਸਿਰ ਕੱਟੇ ਜਾਂਦੇ ਸਨ, ਉਹ ਹਾਥੀ ਦੀ ਖੱਲ ਵਿੱਚ ਪਾ ਕੇ ਮਾਲਾ ਪਰੋ ਲੈਂਦਾ। ਇਉਂ ਮਾਲਾ ਚ ਪਰੋਣ ਵਾਸਤੇ ਆਪਣੇ ਬੈਲ ਤੇ ਲੱਦ ਕੇ ਆਪਣੇ ਰਸਤੇ ਚਲਿਆ ਜਾਂਦਾ ਸੀ। ਇਸ ਤਰ੍ਹਾਂ ਕਹਿੰਦੇ ਭਾਈ ਸੂਰਮਿਆਂ ਦੇ ਜਿਹੜੇ ਸਿਰ ਹਨ, ਸ਼ਿਵ ਨੇ ਬਹੁਤ ਹੀ ਡਾਲ ਖਾਲ ਗਜ ਮਾਲ ਨਿਮਿਤੈ, ਹਾਥੀ ਦੀ ਖੱਲ ਵਿੱਚ ਪਾ ਕੇ ਮਾਲਾ ਪਰੋਣ ਲਈ ਲੈ ਕੇ ਚੱਲਿਆ ਹੈ। ਚੱਲਿਓ ਬੈਲ ਲੱਦ ਗੈਲ ਮਝਾਰੇ, ਕਿਉਂ ਭਾਈ ਬੈਲ ਉੱਤੇ ਲੱਦ ਕੇ ਆਪਣੇ ਸਥਾਨ ਵੱਲ ਨੂੰ ਚੱਲਿਆ। ਜਨ ਤਰਬੂਜ ਲੱਦੇ ਬਨਜਾਰੇ, ਜਿਵੇਂ ਕਿਸੇ ਵਪਾਰੀ ਨੇ ਵੇਚਣ ਵਾਸਤੇ, ਗਿਆਨੀ ਜੀ ਕਹਿੰਦੇ ਤਰਬੂਜ ਲੱਦੇ ਹੋਣ, ਇਉਂ ਲੱਦ ਕੇ ਲੈ ਚੱਲਿਆ ਹੈ। ਸਿੰਧ ਸਮਰ ਮੈਂ ਤੁਰਕਨ ਬੇਰਾ, ਇਹ ਜੰਗ ਰੂਪੀ ਸਮੁੰਦਰ ਹੈ, ਇਹਦੇ ਵਿੱਚ ਜਿਹੜਾ ਤੁਰਕਾਂ ਦਾ ਬੇੜਾ ਸੀ,
ਬੂਢਿਓ ਭਗੇ ਇਤੈ ਉਤ ਫੇਰਾ। ਉਹ ਕਹਿੰਦੇ ਡੁੱਬ ਗਿਆ। ਇਉਂ ਵੇਖ ਕੇ ਫਿਰ ਜਦੋਂ ਬੇੜਾ ਡੁੱਬਦਾ ਤੇ ਬੇੜੇ ਚੋਂ ਛਾਲਾਂ ਮਾਰ ਜਾਂਦੇ ਆ ਕਈ। ਇੱਧਰ ਉੱਧਰ ਨੂੰ ਭਾਈ ਭੱਜਦੇ ਹਨ। ਬਰਿੰਦ ਕਪੋਤਨ ਪੈਸੀ ਚਾਨੇ। ਉਹ ਹਾਲ ਹੋ ਗਿਆ ਜਿਵੇਂ ਬਹੁਤ ਕਬੂਤਰ ਹੋਣ ਤੇ ਉਹਨਾਂ ਤੇ ਸੀ ਚਾਨਾ ਬਾਜ ਪੈਂਦਾ ਹੈ। ਪਰੈ ਤੈਸ ਸਿੰਘ ਹਰੈ ਤੁਰਕਾਨੇ। ਕਿਉਂ ਭਾਈ ਸਿੰਘ ਤੁਰਕਾਂ ਤੇ ਪੈ ਗਏ ਤੇ ਉਹਨਾਂ ਨੂੰ ਹਰੈ ਕਹੀਏ ਮਾਰਦੇ ਹਨ ਦੋਹਰਾ। ਭਾਗ ਤੁਰਕ ਜਿਹਲਮ ਲਖੇ ਰੱਖੇ ਹੁਤੇ ਪੁਲ ਤਿਆਰ। ਭੱਜ ਕੇ ਭਾਈ ਜਿਹੜੇ ਤੁਰਕ ਨੇ ਉਹ ਜਿਹਲਮ ਦਰਿਆ ਲੰਘ ਗਏ ਜਿੱਥੇ ਉਹਨਾਂ ਨੇ ਆਪਣੇ ਵਾਸਤੇ ਪੁਲ ਤਿਆਰ ਕਰ ਰੱਖਿਆ ਸੀ। ਉਤਰੇ ਪਿੱਛੇ ਲੌਟ ਸਿੰਘ ਭਈ ਰਹਿਣ ਅੰਧਿਆਰ। ਜਿਹੜੇ ਸਿੰਘ ਨੇ ਭਾਈ ਉਹ ਹੁਣ ਵਾਪਸ ਮੁੜ ਗਏ ਐ ਤੇ ਹੁਣ ਬਹੁਤ ਹਨੇਰੀ ਰਾਤ ਹੋ ਗਈ। ਗਿਲ ਜਿਉਂ ਕਾ ਸਮਾਨ ਥਾ ਰਹਿਓ ਜੰਗ ਮੈਂ ਜੋਏ। ਜਿਹੜਾ ਭਾਈ ਮੈਦਾਨੇ ਜੰਗ ਵਿੱਚ ਗਿਲਜਿਆਂ ਦਾ ਕੋਈ ਸਮਾਨ ਰਹਿ ਗਿਆ ਸੀ। ਜਥਾ ਜੋਗ ਲੂਟਿਓ ਸਿੰਘਨ ਰਾਤ ਬਿਤਾਈ ਸੋਏ। ਉਹ ਜਥਾ ਜੋਗ ਜੋ ਚਾਹੀਦਾ ਸੀ ਸਿੰਘਾਂ ਨੇ ਲੁੱਟ ਲਿਆ। ਫਿਰ ਰਾਤ ਬਤੀਤ ਕੀਤੀ ਹੈ ਚੌਪਈ। ਦੋਤੀ ਦਿਵਸ ਦਲ ਗਿਲ ਜਿਉਂ ਕੇਰਾ। ਦੂਜੇ ਦਿਨ ਫੇਰ ਜਿਹੜਾ ਗਿਲਜਿਆਂ ਦਾ ਦਲ ਕਾਬਲ ਕੀ ਦਿਸ ਚੱਲਿਓ ਬਧੇਰਾ। ਉਹ ਕਾਬਲ ਵੱਲ ਨੂੰ ਬਹੁਤ ਚੱਲਿਆ ਹੈ। ਸਿੰਘ ਭੀ ਲੱਗੇ ਤਿਨੋਂ ਕੈ ਪਾਛੇ। ਸਿੰਘ ਵੀ ਉਹਨਾਂ ਦੇ ਪਿੱਛੇ ਲੱਗ ਪਏ। ਮਾਰਤ ਕੂਟਤ ਲੂਟਤ ਆਛੇ। ਚੰਗੀ ਤਰ੍ਹਾਂ ਮਾਰਦੇ ਕੁੱਟਦੇ ਲੁੱਟਦੇ ਹੋਏ। ਪਾਰ ਅਟਕ ਤੈ ਕਰ ਫਿਰ ਆਏ। ਉਹਨਾਂ ਨੂੰ ਅਟਕ ਤੋਂ ਪਾਰ ਕਰ ਆਏ ਵਾਪਸ ਆ ਗਏ। ਗਏ ਤੁਰਕ ਹੋਇ ਦੁਖੀ ਮਹਾਏ। ਤੁਰਕ ਬਹੁਤ ਦੁਖੀ ਹੋ ਕੇ ਗਏ ਹਨ। ਫਿਰ ਆਵਨ ਕੀ ਕਸ ਮੈਂ ਪਾਈ। ਫਿਰ ਉਹਨਾਂ ਨੇ ਨਾ ਆਉਣ ਦੀਆਂ ਸੌਹਾਂ ਪਾ ਲਈਆਂ। ਸਿੰਘਨ ਸੋ ਨਹਿ ਲੜੈ ਕਦਾਈ। ਕਹਿੰਦੇ ਮੁੜ ਕੇ ਸਿੰਘਾਂ ਨਾਲ ਨਹੀਂ ਕਦੇ ਲੜਾਂਗੇ। ਸ਼ਾਹ ਜਮਾਨ ਸੁਣੀ ਇਹੋ ਜਬੈ। ਜਦੋਂ ਇਹ ਗੱਲ ਸ਼ਾਹ ਜਮਾਨ ਜਿਹੜਾ ਹੈ ਤੈਮੂਰ ਦਾ ਪੁੱਤਰ ਉਸਨੇ ਸੁਣੀ। ਸ਼ੋਕ ਨਦੀ ਮੈਂ ਡੁੱਬਿਓ ਤਬੈ। ਉਹ ਸੋਗ ਦੀ ਨਦੀ ਵਿੱਚ ਡੁੱਬ ਗਿਆ ਹੈ। 1 ਲੱਖ ਥਾ ਗਇਓ ਦੁਰਾਨੀ। ਦੁਰਾਨੀਆਂ ਦੀ 1 ਲੱਖ ਫੌਜ ਗਈ ਸੀ। ਅਰਧ ਭਇਓ ਤਿਸ ਮੈਂ ਸੇ ਫਾਨੀ। ਅੱਧਾ ਉਹਦੇ ਵਿੱਚੋਂ 50,000 ਤੇ ਉੱਥੇ ਨਾਸ਼ ਹੋ ਗਿਆ। ਤਿੰਨ ਕੇ ਘਰ ਘਰ ਸਿਆਪੇ ਥਾਹੀ। ਉਹਨਾਂ ਦੇ ਹੁਣ ਘਰਾਂ ਘਰਾਂ ਵਿੱਚ ਸਿਆਪੇ ਹੁੰਦੇ ਹਨ। ਹਰਜਾ ਭਇਓ ਵੱਡ ਪਾਤਸ਼ਾਹੀ। ਤੇ ਬਾਦਸ਼ਾਹੀ ਨੂੰ ਵੀ ਬਹੁਤ ਹਰਜਾਨਾ ਨੁਕਸਾਨ ਹੋਇਆ। ਵੱਡੇ ਵੱਡੇ ਭੱਟ ਮਨ ਸਭ ਵਾਰੀ। ਜਿਹੜੇ ਵੱਡੇ ਵੱਡੇ ਸੂਰਮੇ ਉੱਚੇ ਅਹੁਦਿਆਂ ਵਾਲੇ ਸਨ ਮਰੇ। ਸਾਹੰਚੀ ਆਦ ਅਪਾਰੇ। ਸਾਂਚੀ ਤੋਂ ਲੈ ਕੇ ਹੋਰ ਬਹੁਤ ਇਸ ਮੈਦਾਨੇ ਜੰਗ ਵਿੱਚ ਮਰ ਗਏ। ਤੋਪਨ ਲੋ ਸਮਾਨ ਥਾ ਜੇਤਾ। ਜਿੰਨਾ ਵੀ ਭਾਈ ਤੋਪਾਂ ਦਾ ਕੋਈ ਹੋਰ ਸਮਾਨ ਥਾ ਜਿੰਨਾ ਵੀ ਉਹ ਸਾਰਾ ਹੀ ਲੂਟਿਓ ਸਿੰਘਨ ਬਲ ਸਹਿ ਤੇਤਾ। ਸਿੰਘਾਂ ਨੇ ਉਹ ਬਲ ਨਾਲ ਤਾਕਤ ਨਾਲ ਸਾਰਾ ਲੁੱਟ ਲਿਆ। ਜੋ ਬਚ ਆਏ ਪਏ ਅੱਧ ਮਰੇ। ਜਿਹੜੇ ਕੋਈ ਬਚ ਕੇ ਆ ਗਏ ਉਹ ਅੱਧ ਮਰੇ ਹੋਏ ਪਏ ਹਨ। ਨਾਮ ਸਿੰਘਨ ਕਾ ਸੁਣ ਕੇ ਡਰੇ। ਸਿੰਘਾਂ ਦਾ ਨਾਮ ਸੁਣ ਕੇ ਡਰਦੇ ਨੇ। ਕਹਿਤ ਸ਼ਹੀਦੀ ਫੌਜੈ ਆਈ। ਕਹਿੰਦੇ ਉਹ ਸ਼ਹੀਦੀ ਫੌਜਾਂ ਆ ਗਈਆਂ। ਤਿਨੇ ਹਮੇ ਮਾਰਿਓ ਡਰ ਪਾਈ।
ਉਹਨਾਂ ਨੇ ਸਾਨੂੰ ਮਾਰਿਆ, ਸਾਨੂੰ ਡਰਾਇਆ ਹੈ। ਜਬ ਵਜ਼ੀਰ ਇਹੋ ਰਪਟ ਸੁਣਾਈ, ਜਦੋਂ ਵਜ਼ੀਰ ਨੇ ਸਾਰੀ ਇਹ ਖਬਰ ਸੁਣਾਈ ਹੈ, ਬੋਲਿਓ ਸ਼ਾਹ ਜਮਾਨ ਦੁੱਖ ਪਾਈ। ਤਾਂ ਸ਼ਾਹ ਜਮਾਨ ਵੀ ਦੁਖੀ ਹੋ ਕੇ ਕਹਿੰਦਾ ਹੈ, ਮਦਦ ਜਿਨ ਕੀ ਆਪ ਖੁਦਾ ਹੈ। ਜਿਨ੍ਹਾਂ ਦੀ ਮਦਦ ਖੁਦਾ ਆਪ ਕਰਦਾ ਹੈ, ਤਿਨ ਪਰ ਹਮਰੀ ਪੇਸ਼ ਨ ਜਾ ਹੈ। ਉਹਨਾਂ ਤੇ ਸਾਡੀ ਕੋਈ ਪੇਸ਼ ਨਹੀਂ ਜਾਂਦੀ। ਜੱਟ ਗਰੀਬਾਂ ਨੇ ਉੱਠ ਕੇ ਚਾਹੀ, ਇਹ ਗਰੀਬ ਜੱਟ ਉੱਠ ਕੇ ਚਾਹੁੰਦੇ ਨੇ, ਕਾਬਲ ਦਿੱਲੀ ਕੀ ਪਤਸ਼ਾਹੀ, ਕਾਬਲ ਤੇ ਦਿੱਲੀ ਦੀ ਬਾਦਸ਼ਾਹੀ ਲੈਣੀ। ਕਰੀ ਗਰਕ ਨਹਿ ਫਰਕ ਛੱਡਾ ਹੈ, ਇਉਂ ਕਹਿੰਦੇ ਇਹਨਾਂ ਨੇ ਤਬਾਹ ਕਰਤੀ, ਕੋਈ ਫਰਕ ਨਹੀਂ ਛੱਡਿਆ। ਮੁਲਕ ਉਮਦਾ ਲਿਓ ਦਬਾ ਹੈ, ਚੰਗਾ ਵੱਡਾ ਮੁਲਕ ਇਹਨਾਂ ਨੇ ਦਬਾ ਲਿਆ ਹੈ। ਅਬ ਜੋ ਭਈ ਬੀਤ ਸੋ ਗਈ, ਹੁਣ ਜੋ ਹੋ ਗਿਆ ਉਹ ਬਾਤ ਬੀਤ ਗਈ। ਫਿਰ ਹਮ ਹੂੰ ਹੱਥ ਹੈ ਇਨ ਤਈ, ਕਹਿੰਦੇ ਅਸੀਂ ਫੇਰ ਇਹਨਾਂ ਤਈ ਮਾਰਾਂਗੇ। ਇੰਤਜ਼ਾਮ ਕਰ ਮੁਲਕਨ ਕੇਰਾ, ਮੈਂ ਹੋਰ ਮੁਲਕਾਂ ਦਾ ਇੰਤਜ਼ਾਮ ਕਰਕੇ, ਮੈਂ ਖੁਦ ਲੈ ਦਲ ਜੈ ਹੂੰ ਬਧੇਰਾ, ਮੈਂ ਆਪ ਜਾਊਂਗਾ। ਸ਼ਾਹ ਜਮਾਨ ਕਹਿੰਦਾ ਵੱਡਾ ਦਲ ਲੈ ਕੇ, ਸਿੰਘ ਨਾਮ ਕਾ ਤੁਖਮ ਉਠੈ ਹੂੰ, ਇਹ ਸਿੰਘਾਂ ਦੇ ਨਾਮੋ ਨਿਸ਼ਾਨ ਨੂੰ ਮਿਟਾ ਦਿਆਂਗਾ, ਇਹਨਾਂ ਦਾ ਬੀਜ ਨਾਸ਼ ਕਰ ਦਿਆਂਗਾ। ਦਿੱਲੀ ਲਓ ਸਭ ਮੁਲਕ ਦਬੈ ਹੂੰ, ਦਿੱਲੀ ਤੋਂ ਲੈ ਕੇ ਬਾਕੀ ਸਾਰਾ ਮੁਲਕ ਮੈਂ ਦੱਬਾਂਗਾ। ਯਾ ਬਿਦ ਬਾਦਸ਼ਾਹ ਗੁਰਬਾਇਓ, ਇਸ ਤਰ੍ਹਾਂ ਬਾਦਸ਼ਾਹ ਕਾਬਲ ਦਾ ਹੰਕਾਰ ਵਿੱਚ ਹੋਇਆ। ਤੁਰਕਨ ਕਾ ਹਵਾਲ ਇਹੋ ਗਾਇਓ, ਤੁਰਕਾਂ ਦਾ ਇਹ ਹਾਲ ਜਿਹੜਾ ਹੈ ਉਹ ਦੱਸਿਆ। ਜੈਸ ਜਮਾਨ ਸ਼ਾਹ ਫਿਰਿਆ ਹੈ, ਕਹਿੰਦੇ ਭਾਈ ਫਿਰ ਉਦੋਂ ਬਾਅਦ ਜਦੋਂ ਕਿਤੇ ਜਮਾਨ ਸ਼ਾਹ ਫੇਰ ਆਇਆ, ਸੋ ਹਮ ਮੌਕੇ ਪਰ ਫਿਰ ਕਹਿ ਹੈ, ਉਹ ਜਦੋਂ ਕੋਈ ਮੌਕਾ ਇਤਿਹਾਸ ਲਿਖਾਂਗੇ ਗਿਆਨੀ ਜੀ ਕਹਿੰਦੇ, ਉਦੋਂ ਭਾਈ ਉਹਦੇ ਆਉਣ ਦਾ ਕਿਵੇਂ ਆਇਆ ਉਹ ਸਾਰਾ ਕਹਾਂਗੇ, ਦੱਸਾਂਗੇ। ਰਾਮ ਸਿੰਘ ਬੇਦੀ ਕੀ ਸਾਖੀ, ਤੋ ਬਾਬਾ ਰਾਮ ਸਿੰਘ ਜੀ ਬੇਦੀ ਉਹਨਾਂ ਦੀ ਜਿਹੜੀ ਸਾਖੀ ਹੈ, ਸੁਣੋ ਬੀਚ ਜੋ ਬਾਕੀ ਰਾਖੀ, ਉਹ ਸੁਣੋ ਜਿਹੜੀ ਕਹਿੰਦੇ ਵਿੱਚ ਅਸੀਂ ਰੱਖ ਲਈ ਸੀ। ਗਿਲ ਜਿਉਂ ਕੋ ਸਿੰਘ ਅਟਕ ਟਪਾ ਹੈ, ਗਿਲਜਿਆਂ ਨੂੰ ਸਿੰਘਾਂ ਨੇ ਅਟਕ ਦਰਿਆ ਟਪਾਤਾ। ਫਤਿਹ ਪ੍ਰਤਾਪ ਗੁਰੂ ਤੈ ਪਾ ਹੈ, ਗੁਰੂ ਦੇ ਪ੍ਰਤਾਪ ਨਾਲ ਸਿੰਘਾਂ ਨੇ ਫਤਿਹ ਪਾਈ। ਜੰਗ ਇਹੋ ਅੰਤਮ ਵੱਡ ਥੀਆ, ਇਹ ਫਿਰ ਭਾਈ ਜਿਹੜਾ ਹੈ ਵੱਡਾ ਅੰਤਮ ਜੰਗ ਸਿੰਘਾਂ ਦਾ ਹੋਇਆ। ਗੁਰੂ ਜਿਤਾਏ ਪੰਥ ਕੋ ਦੀਆ, ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਪੰਥ ਨੂੰ ਇਹ ਜੰਗ ਜਿਤਾ ਦਿੱਤਾ। ਇਦੋਂ ਬਾਅਦ ਤਾਂ ਫਿਰ ਜਿਹੜਾ ਹੈ ਮਿਸਲਾਂ ਦਾ ਰਾਜ ਹੋ ਗਿਆ ਸੀ, ਫਿਰ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਹੋ ਜਾਂਦਾ। ਭਾਵ ਉਸ ਤੋਂ ਪਹਿਲਾਂ ਇਹ ਜਾਣੋ ਕਿ ਗਿਲਜਿਆਂ ਨਾਲ ਅੰਤਮ ਜੰਗ ਹੈ, ਫਿਰ ਅੰਗਰੇਜ਼ਾਂ ਦੇ ਹੇਠ ਰਾਜ ਆ ਜਾਂਦਾ। ਮੁੜ ਕੇ ਤਾਂ ਫਿਰ ਇਹਨਾਂ ਦੇ ਹੱਥ ਗਿਲਜਿਆਂ ਦੇ ਕੁਛ ਪਿਆ ਨਹੀਂ ਹੈ। ਇਹੀ ਇੱਕ ਅੰਤਮ ਜੰਗ ਸੀ ਜਿਹੜੇ ਵਿੱਚ ਸਿੰਘਾਂ ਦੀ ਜਿੱਤ ਹੋਈ ਹੈ। ਦੋਹਰਾ 8,000 ਕੁ ਸਿੰਘ ਤਬ ਥਇਓ ਸ਼ਹੀਦ ਮਹੀਦ, 8,000 ਇਸ ਜੰਗ ਦੇ ਵਿੱਚ ਭਾਈ ਸਿੰਘ ਵੱਡੇ ਮਹਾਨ ਸੂਰਮੇ ਸ਼ਹੀਦ ਹੋਏ। 30,000 ਕੁ ਤੁਰਕ ਕੀ ਲੈ ਜੁਤ ਜੰਗ ਰਸੀਦ, ਤੇ 30,000 ਜਿਹੜਾ ਹੈ ਤੁਰਕ, ਉਹਨਾਂ ਦੀ ਰਸੀਦ ਕੱਟੀ ਖਾਲਸੇ ਨੇ ਜੰਗ ਵਿੱਚ। ਭਾਵ 30,000 ਤੁਰਕਾਂ ਨੂੰ ਮਾਰਿਆ ਹੈ। ਬੇਦੀ ਸਾਹਿਬ ਰਾਮ ਸਿੰਘ ਲਰ ਅਰਗਨ ਵੱਡ ਮਾਰ, ਬੇਦੀ ਸਾਹਿਬ ਬਾਬਾ ਰਾਮ ਸਿੰਘ ਜੀ ਉਹ ਭਾਈ ਲੜਕੇ ਬਹੁਤ ਦੁਸ਼ਮਣਾਂ ਨੂੰ ਮਾਰ ਕਰ ਸਾਮਖ ਭਇਓ ਸ਼ਹੀਦ ਜਬ ਲਰਿਓ ਕਬੰਧ ਅਪਾਰ।
ਜਦੋਂ ਸਾਹਮਣੇ ਪ੍ਰਤੱਖ ਹੋ ਕੇ ਸ਼ਹੀਦੀ ਪਾਈ, ਸੀਸ ਕੱਟਿਆ ਗਿਆ ਤੇ ਬਾਬਾ ਰਾਮ ਸਿੰਘ ਬੇਦੀ ਦਾ ਧੜ ਲੜਿਆ। ਚੌਪਈ ਜਾਨ ਹੈਰਾਨ ਕੇਰ ਵੱਡ ਬਾਤੈ। ਇਹ ਜਾਣ ਕੇ ਵੇਖ ਕੇ ਕਿ ਬਹੁਤ ਵੱਡੀ ਬਾਤ ਹੋਈ, ਹੈਰਾਨ ਹੋਏ। ਬਿਨ ਸਿਰ ਧਰ ਕਾ ਲਰਨ ਬਖਿਆਤੈ। ਬਿਨਾਂ ਸਿਰ ਤੋਂ ਧੜ ਦਾ ਲੜਨਾ ਜਿਹੜਾ ਪ੍ਰਤੱਖ ਹੀ। ਸੀਸ ਸਾਹਿਬੋਂ ਕਾ ਉਠਵੈ ਕੈ। ਉਸ ਸਮੇਂ ਜਿਹੜਾ ਸੀ ਨਾ, ਸਾਹਿਬ ਬਾਬਾ ਰਾਮ ਸਿੰਘ ਬੇਦੀ ਦਾ ਸਿਰ ਚੁੱਕ ਕੇ ਪੇਖ ਸਾਹਚੀ ਤਜਬ ਥੈ ਕੈ। ਉਦੋਂ ਹਜੇ ਹੁਣ ਕਥਾ ਪਿਛਲੀ ਦੱਸਦੇ ਨੇ ਕਿ ਜਦੋਂ ਅਜੇ ਸੰਚੀ ਜਿਉਂਦਾ ਸੀ, ਉਹ ਦੇਖ ਕੇ ਹੈਰਾਨ ਹੋ ਗਿਆ। ਹੇਤ ਦਿਖਾਵਨ ਸ਼ਾਹ ਕਿਰਨੈ। ਤੇ ਉਹ ਬਾਬਾ ਜੀ ਦੇ ਸਿਰ ਨੂੰ ਸ਼ਾਹ ਕਰਾਨ ਭਾਵ ਸ਼ਾਹ ਜਮਾਨ ਦਾ ਇਹ ਪੁੱਤਰ ਉਹਨੂੰ ਦਿਖਾਉਣ ਵਾਸਤੇ, ਸਿੰਘ ਲੜਤ ਹੈ ਐਸ ਮਹਾਨੈ। ਇਉਂ ਸਿੰਘ ਇਸ ਤਰ੍ਹਾਂ ਕਹਿੰਦੇ ਬਹੁਤ ਲੜਦੇ ਨੇ। ਸ਼ਾਹਜ਼ਾਦੇ ਪੈ ਪਠਿਉ ਲਾਹੌਰੈ। ਜਿਹੜਾ ਸ਼ਾਹ ਜਮਾਨ ਦਾ ਸ਼ਹਿਜ਼ਾਦਾ ਸੀ ਨਾ, ਸ਼ਾਹ ਕਰਾਨ, ਉਹਦੇ ਕੋਲੇ ਬਾਬਾ ਰਾਮ ਸਿੰਘ ਜੀ ਦਾ ਸੀਸ ਸੰਚੀ ਨੇ ਭੇਜ ਦਿੱਤਾ ਸੀ। ਹੁਣ ਉਹ ਪਿਛਲੀ ਕਥਾ ਵੀ ਜਿਹੜੀ ਕਹਿੰਦੇ ਅਸੀਂ ਬਾਕੀ ਰੱਖ ਲਈ ਸੀ, ਕਿਉਂਕਿ ਸੰਚੀ ਦੀ ਮੌਤ ਤੱਕ ਇੱਕ ਵਾਰੀ ਸੁਣਾਤੀ ਗੱਲ। ਹੁਣ ਕਹਿੰਦੇ ਬਾਬਾ ਰਾਮ ਸਿੰਘ ਜੀ ਦੀ ਤੁਹਾਨੂੰ ਗੱਲ ਦੱਸਦੇ ਆ ਕਿ ਉਦੋਂ ਅਜੇ ਸੰਚੀ ਨੂੰ ਮਾਰਿਆ ਨਹੀਂ ਸੀ ਇਤਰਾਜ ਸਿੰਘ ਨੇ। ਜੰਗ ਵਿੱਚੋਂ ਸਿਰ ਝੁਕਾ ਕੇ ਸ਼ਾਹ ਜ਼ਮਾਨ ਤੈਮੂਰ ਦਾ ਪੁੱਤਰ, ਇਹਦਾ ਗਾਂ ਪੋਤਾ ਸੀ ਸ਼ਹਿਜ਼ਾਦਾ ਸ਼ਾਹ ਕਿਰਾਨ, ਉਹਦੇ ਕੋਲੇ ਲਾਹੌਰ ਭੇਜਿਆ। ਯੁੱਤ ਸਿੰਘਨ ਸਿਰ ਔਰੈ ਗੌਰੈ। ਹੋਰ ਵੀ ਸਿੰਘਾਂ ਦੇ ਬਹੁਤਿਆਂ ਦੇ ਜਿਹੜੇ ਸਿਰ ਸਨ ਉਹ ਲਾਹੌਰ ਭੇਜੇ। ਨਾਲ ਦੀ ਨਾਲ ਜਿਹੜਾ ਤੁਰਕਾਂ ਦੇ ਹੱਥ ਸੀਸ ਆਉਂਦਾ ਸੀ ਸਿੰਘ ਦਾ, ਲਾਹੌਰ ਭੇਜਦੇ ਸਨ। ਪੇਖ ਸੁਨ ਤਜਬ ਰਹਿਓ ਸਜਾਦਾ। ਵੇਖ ਕੇ ਤੇ ਘਟਨਾ ਨੂੰ ਸੁਣ ਕੇ ਜਿਹੜਾ ਸ਼ਹਿਜ਼ਾਦਾ ਸੀ ਹੈਰਾਨ ਰਹਿ ਗਿਆ। ਨੂਰ ਜ਼ਹੂਰ ਤੇਜ ਸੁੱਠ ਜਾਦਾ। ਉਹ ਚਿਹਰੇ ਦੀ ਜਿਹੜੀ ਪ੍ਰਕਾਸ਼ ਚਮਕ ਦਮਕ ਬਹੁਤ ਜ਼ਿਆਦੇ ਹੈ। ਬਾਂਕੀ ਮੂਛ ਭੌਂ ਦ੍ਰਿਗ ਅਰਨੇ। ਮੁੱਛਾਂ ਦੇ ਤੇ ਜਿਹੜੇ ਭਰਵੱਟੇ ਆ ਮੁੱਛਾਂ ਉਹ ਟੇਢੀਆਂ ਨੇ। ਨੇਤਰ ਲਾਲ ਨੇ ਉਸ ਬਾਬਾ ਜੀ ਦੇ ਸੀਸ ਦੇ। ਚਮਕਤ ਭਿਆਨਕ ਜਨ ਰਵ ਤਰਨੇ। ਇਉਂ ਚਮਕਦੇ ਆ ਜਿਵੇਂ ਦੁਪਹਿਰ ਦੇ ਦੋ ਸੂਰਜ ਚਮਕਦੇ ਹੋਣ। ਤੁਰਕ ਸਿੰਘਨ ਕੇ ਸਿਰ ਜਿਸ ਕੂਪੈ। ਤੇ ਲਾਹੌਰ ਦੇ ਵਿੱਚ ਗੁਰਮੁਖੋ ਇੱਕ ਖੂਹ ਬਣਾਇਆ ਹੋਇਆ ਸੀ। ਉਹਦੇ ਵਿੱਚ ਜਿਹੜਾ ਵੀ ਕੋਈ ਸਿੰਘ ਦਾ ਸਿਰ ਲੱਗਦਾ ਸੀ ਨਾ, ਉਹ ਉੱਥੇ ਜਾ ਕੇ ਖੂਹ 'ਚ ਸੁੱਟਦੇ ਸਨ। ਇਹ ਤੁਹਾਨੂੰ ਯਾਦ ਹੋਵੇਗਾ ਕਿ ਕਿੰਨੇ ਸਿੰਘਾਂ ਦੇ ਜਿਹੜੇ ਆ ਰਸਤੇ ਵਿੱਚ ਜਦੋਂ ਇੱਥੋਂ ਸਿਰ ਲੈ ਕੇ ਚੱਲੇ ਸੀ ਗੱਡੇ ਭਰ ਕੇ, ਫਿਰ ਸਿੰਘਾਂ ਨੇ ਅੱਗੇ ਹੋ ਕਰਕੇ ਤੁਰਕਾਂ ਨੂੰ ਮਾਰ ਕੇ ਸੀਸ ਦਾ ਸੰਸਕਾਰ ਕੀਤਾ ਸੀ। ਜਿਹੜਾ ਆਪਾਂ ਮੇਨ ਰੋਡ ਤੇ ਜਾਂਦੇ ਆ ਹਰਿਆਣੇ ਦੇ ਵਿੱਚ, ਮੇਨ ਰੋਡ ਤੇ ਥੋੜਾ ਪਿੱਛੇ ਹਟਵਾਂ ਇੱਕ ਸਥਾਨ ਹੈ ਗੁਰਦੁਆਰਾ ਸਾਹਿਬ। ਉੱਥੇ ਭਾਈ ਸਿੰਘਾਂ ਦੇ ਜਿਹੜੇ ਆ ਸਿਰਾਂ ਦੇ ਸੰਸਕਾਰ ਹੋਏ ਸਨ। ਇਹਨਾਂ ਦੀ ਆਦਤ ਹੁੰਦੀ ਸੀ ਇਧਰੋਂ ਦਿੱਲੀੋਂ ਲਾਹੌਰ ਨੂੰ ਲੈ ਕੇ ਜਾਣੇ, ਉਸ ਖੂਹ 'ਚ ਸੁੱਟਦੇ ਹੁੰਦੇ ਸੀ ਜਾਂ ਕੰਧਾਂ ਤੇ ਚਿਣ ਦਿੰਦੇ ਹੁੰਦੇ ਸਨ। ਇਹੋ ਜਿਹਾ ਕੁਛ ਕਰਦੇ ਹੁੰਦੇ ਸੀ। ਤੇ ਉਹ ਜਦੋਂ ਵੇਖਦੇ ਨੇ ਕਿ ਤੁਰਕ ਸਿੰਘਨ ਕੇ ਸਿਰ ਜਿਸ ਕੂਪੈ। ਤੁਰਕ ਜਿਹੜੇ ਆ ਸਿੰਘਾਂ ਦੇ ਸਿਰਾਂ ਨੂੰ ਜਿਸ ਖੂਹ ਦੇ ਵਿੱਚ ਗੇਰ ਤਥੇ ਤਹਿ ਡਾਰੇ ਖੂਪੈ, ਜਿਹਦੇ 'ਚ ਸੁੱਟਦੇ ਸੀ ਫਿਰ ਉਹਦੇ ਵਿੱਚ ਸਾਰੇ ਸਿਰ ਸੁੱਟੇ ਹਨ। ਸਿੰਘਨ ਕੇ ਬਲ ਬਿਬਦਾ ਬਾਤੈ। ਸਿੰਘਾਂ ਦੇ ਬਲ ਦੀਆਂ ਅਨੇਕ ਤਰ੍ਹਾਂ ਦੀਆਂ ਗੱਲਾਂ। ਲਰਨ ਕਬੰਧਨ ਲੋ ਬਹੁ ਭਾਂਤੈ। ਕਿ ਧੜ ਦਾ ਲੜਨਾ, ਹੋਰ ਇਤਿਆਦਿਕ ਬੜੀਆਂ ਇਸ ਤਰ੍ਹਾਂ ਬਹੁਤ ਤਰ੍ਹਾਂ ਦੀਆਂ ਗੱਲਾਂ। ਲਿਖ ਕੈ ਕਾਬਲ ਪਠੀ ਸ਼ਾਹੇ ਪੈ। ਉਹ ਫਿਰ ਇੱਥੋਂ ਲਿਖ ਕੇ ਕਾਬਲ ਸ਼ਾਹ ਜਮਾਨ ਕੋਲੇ ਭੇਜੀਆਂ। ਜੋ ਸੁਨ ਤਜ ਰਹਿਓ ਵਾਹੇ ਪੈ। ਜੋ ਇਹ ਬਾਤਾਂ ਸੁਣ ਕੇ ਪੜ੍ਹ ਕੇ ਬਹੁਤ ਹੈਰਾਨ ਹੋਇਆ। ਸੀਸ ਸਾਹਿਬ ਕਾ ਮਦ ਕੂਏ। ਤੇ ਬਾਬਾ ਜੀ ਦਾ ਸੀਸ ਬਾਬਾ ਰਾਮ ਸਿੰਘ ਬੇਦੀ ਦਾ ਖੂਹ ਦੇ ਵਿੱਚ
ਰਹਿਓ ਫੇਰ ਜਬ ਸਿੰਘ ਨ੍ਰਿਪ ਹੂਏ। ਉਹ ਵਿੱਚੇ ਰਿਹਾ ਜਦੋਂ ਫਿਰ ਗੁਰਮੁਖੋ ਸਿੰਘਾਂ ਦਾ ਰਾਜ ਹੋਇਆ ਨਾ। ਗੁੱਜਰ ਸਿੰਘ ਲਹਿਣਾ ਸਿੰਘ ਜੀਤੋ, ਤੇ ਗੁੱਜਰ ਸਿੰਘ ਲਹਿਣਾ ਸਿੰਘ ਜਿੱਤੇ। ਲੌਪੁਰ ਇਨ ਸਰਦਾਰੈ ਲੀਤੋ, ਤੇ ਲਾਹੌਰ ਨੂੰ ਇਹਨਾਂ ਸਰਦਾਰਾਂ ਨੇ ਭੰਗੀਆਂ ਨੇ ਆਪਣੇ ਕਬਜ਼ੇ ਵਿੱਚ ਕੀਤਾ। ਲਹਿਣਾ ਸਿੰਘ ਕੇ ਨਹਿ ਥੀ ਸੰਤਤ, ਤੋ ਸਰਦਾਰ ਲਹਿਣਾ ਸਿੰਘ ਦੇ ਔਲਾਦ ਨਹੀਂ ਸੀ। ਨਿਤ ਪ੍ਰਤ ਕਰਤ ਉਪਾਏ ਬੇਅੰਤਤ, ਬਹੁਤ ਉਪਾਅ ਯਤਨ ਕਰਦਾ ਸੀ। ਕਿਸੇ ਸਿੰਘ ਨੇ ਕਹਿਣਾ ਐ ਕਰ ਲਾ, ਇੱਥੇ ਅਰਦਾਸ ਬੇਨਤੀ ਕਰ ਲਾ, ਪਾਠ ਕਰ ਲਾ, ਯਤਨ ਕਰ ਲੈ, ਉਹ ਸਾਰੇ ਕਰਦਾ। ਗੁਰੂ ਪੀਰ ਸੋ ਰਹਿਓ ਮਨਾ ਹੈ, ਭਾ ਬਹੁਤ ਉਹਨੇ ਉਪਾਅ ਯਤਨ ਕੀਤੇ। ਗੁਰੂ ਪੀਰ ਭਾ ਪੂਜਨੀ ਕਿ ਸਤਿਗੁਰੂ ਨੂੰ ਮਨਾਉਂਦਾ ਰਿਹਾ। ਉਹ ਕਰਮ ਹੁੰਦੇ ਨੇ, ਜਿਵੇਂ ਮਹਾਰਾਜ ਨੇ ਬਖਸ਼ਿਸ਼ ਕਰਨੀ ਹੈ, ਗੁਰੂ ਨੇ ਉਸੇ ਖੇਡ ਨੂੰ ਬਣਾਉਣਾ ਹੈ। ਭਰੀ ਕਾਮਨਾ ਨਹਿ ਥੀ ਕਾਹੈ, ਉਹਦੀ ਗੁਰਮੁਖੋ ਕਾਮਨਾ ਨਾ ਨਹੀਂ ਸੀ ਪੂਰੀ ਹੋਈ। ਰਾਮ ਸਿੰਘ ਜੀ ਤਬ ਨਿਜ ਘਰ ਹੈ, ਤੋ ਬਾਬਾ ਰਾਮ ਸਿੰਘ ਜੀ ਇਹ ਬੇਦੀ, ਇਹ ਇਹਨਾਂ ਦੇ ਫਿਰ ਘਰ ਨਿਜ ਤੀਰ ਢਿਗ ਜਾਤੇ ਨਿਤ ਵਰ ਹੈ। ਇਉਂ ਕਹਿੰਦੇ ਨਿਜ ਰੋਜ਼ ਆਪਣੇ ਘਰ ਵਿੱਚ ਆਪਣੀ ਇਸਤਰੀ ਕੋਲ ਚੰਗੇ ਢੰਗ ਸਹਿਤ ਜਾਂਦੇ ਹੁੰਦੇ ਸਨ। ਪੁਰਾ ਰੂਪ ਥਾ ਜੈ ਸੋ ਸੁੰਦਰ, ਜਿਵੇਂ ਪਹਿਲਾਂ ਸਰੂਪ ਸੀ ਨਾ ਇਹਨਾਂ ਦਾ ਸੁੰਦਰ। ਤੈਸ ਸ਼ਹੀਦ ਰਹੇ ਗੁਣ ਮੰਦਰ, ਉਸੇ ਤਰ੍ਹਾਂ ਹੀ ਸ਼ਹੀਦੀ ਰੂਪ ਵਿੱਚ ਭਾਵੇਂ ਜਾ ਕੇ ਆਪਣੇ ਪਰਿਵਾਰ ਕੋਲ ਰੋਜ਼ ਜਾਣਾ, ਨਿਤ ਵਿਚਾਰ ਕਰਨੀ, ਰੋਜ਼ ਦਰਸ਼ਨ ਦੇਣੇ। ਬਾਬਾ ਜੀ ਨੇ ਐਸੇ ਰੂਪ ਵਿੱਚ ਹੀ ਗੁਣਾਂ ਦਾ ਮੰਦਰ ਬਣ ਕੇ। ਬਲਕਿ ਜਬ ਸ਼ਹੀਦ ਥੇ ਭਏ, ਬਲਕਿ ਜਦੋਂ ਸ਼ਹੀਦ ਹੋ ਗਏ। ਸਾਮਾਣੀ ਆਪਣੀ ਢਿਗ ਗਏ, ਤੇ ਆਪਣੀ ਸਾਮਾਣੀ ਆਪਣੀ ਘਰ ਵਾਲੀ ਇਸਤਰੀ ਕੋਲ ਗਏ। ਹੁਤੀ ਪਤੀ ਵਰਤਾ ਵਹਿ ਭਾਰੀ, ਉਹ ਬਹੁਤ ਵੱਡੀ ਪਤੀ ਵਰਤਾ ਇਸਤਰੀ ਸੀ। ਜਾਂ ਤੇ ਤਿਸ ਪ੍ਰਤ ਐਸੋ ਚਾਰੀ, ਇਸਦੇ ਉਹਦੇ ਪ੍ਰਤੀ ਫਿਰ ਇਸ ਤਰ੍ਹਾਂ ਬਚਨ ਕਹੇ। ਨਿਜ ਸੁਹਾਗ ਤੁਮ ਨਾਹੇ ਉਤਰਿਓ, ਕਿ ਤੂੰ ਆਪਣਾ ਸੁਹਾਗ ਨਹੀਂ ਉਤਾਰਨਾ ਹੈ। ਹਮਕੋ ਜੀਵਤ ਸਦਾ ਨਿਹਰਿਓ, ਬਾਬਾ ਜੀ ਨੇ ਬਚਨ ਕਰਤਾ ਸਾਨੂੰ ਸਦਾ ਜਿਉਂਦੇ ਹੀ ਵੇਖਣਾ ਹੈ। ਧਰ ਸ਼ਿੰਗਾਰ ਤੁਮ ਅਤਰ ਲਗੈ ਕੈ, ਤੂੰ ਸ਼ਿੰਗਾਰ ਧਾਰਨ ਕਰਕੇ ਅਤਰ ਫਲੇਲ ਲਾ ਕੇ। ਵੀਚ ਚੁਬਾਰੇ ਪਲੰਗ ਕਸੈ ਕੈ, ਵਿੱਚ ਚੁਬਾਰੇ ਦੇ ਪਲੰਗ ਸਜਾ ਕਰਕੇ। ਰਹੋ ਇਕੰਤ ਕੰਤ ਹਿਤ ਤੀਐ ਜੋ, ਇਉਂ ਇਕਾਂਤ ਰਹਿਣਾ ਹੈ ਜਿਵੇਂ ਪਤੀ ਵਾਸਤੇ ਇਸਤਰੀ ਰਹਿੰਦੀ ਹੈ। ਐ ਹੈ ਹਮ ਤੁਮ ਪੈ ਨਿਤ ਪ੍ਰਤਿਉ, ਇਸੇ ਤਰ੍ਹਾਂ ਹੀ ਕਹਿੰਦੇ ਅਸੀਂ ਨੇਤਾ ਪ੍ਰਤੀ ਤੈਨੂੰ ਦਰਸ਼ਨ ਦੇਵਾਂਗੇ। ਮਾਨ ਬਚਨ ਉਨ ਇਹੀ ਕਰਿਓ ਥਾ, ਉਸ ਨੇ ਬਚਨ ਮੰਨ ਕੇ ਇਸ ਤਰ੍ਹਾਂ ਹੀ ਕੀਤਾ ਹੈ। ਨਾਹੇ ਸ਼ਿੰਗਾਰ ਉਤਾਰ ਧਰਿਓ ਥਾ, ਉਸ ਨੇ ਭਾਈ ਸ਼ਿੰਗਾਰ ਨਹੀਂ ਆਪਣਾ ਉਤਾਰਿਆ ਹੈ। ਜੀਵਤ ਸਮ ਸਾਹਿਬ ਨਿਤ ਤਾਂ ਪੈ, ਤੇ ਜਿਉਂਦਿਆਂ ਵਾਂਗੂ ਹੀ ਬਾਬਾ ਰਾਮ ਸਿੰਘ ਜੀ ਬੇਦੀ ਉਸੇ ਤਰ੍ਹਾਂ ਨਿਤਾ ਪ੍ਰਤੀ। ਬਸ ਰਸ ਜਾਤੇ ਫਿਰ ਕਿਤੇ ਆਪੈ, ਇਉਂ ਭਾਈ ਉੱਥੇ ਰੋਜ਼ ਜਾਂਦੇ ਦਰਸ਼ਨ ਦਿੰਦੇ ਸਨ ਬਾਬਾ ਜੀ। ਪੈ ਤਿਸ ਸੈ ਇਹੋ ਥਾ ਕਰਾਰੈ, ਪਰ ਉਹਦੇ ਨਾਲ ਬਾਬਾ ਜੀ ਨੇ ਇਹ ਇਕਰਾਰ ਕੀਤਾ ਸੀ ਆਪਣੀ ਧਰਮ ਪਤਨੀ ਨਾਲ। ਜਾਬ ਕਿਸ ਢਿਗ ਤੂੰ ਭੇਦ ਉਚਾਰੈ, ਕਿ ਜਦੋਂ ਤੂੰ ਕਿਸੇ ਕੋਲੇ ਜਿਹੜਾ ਭੇਦ ਦੱਸ ਦੇਵੇਂਗੀ ਨਾ, ਤਾਂ ਦਿਨ ਤੈ ਹਮ ਫੇਰ ਨ ਆਏ ਹੈ, ਉਸ ਦਿਨ ਤੋਂ ਅਸੀਂ ਫੇਰ ਨਹੀਂ ਆਵਾਂਗੇ। ਰਾਖੀ ਇਹੋ ਪ੍ਰਤੱਗਿਆ ਕਹਿ ਹੈ, ਇਹੀ ਪ੍ਰਤੱਗਿਆ ਕਹਿ ਕੇ ਰੱਖੀ। ਯਾਹੀ ਤੈ ਸੋ ਵੀਚ ਚੁਬਾਰੈ, ਇਸ ਕਰਕੇ ਉਹ ਬਾਬਾ ਜੀ ਦੀ ਧਰਮ ਪਤਨੀ ਜਿਹੜੀ ਹੈ ਚੁਬਾਰੇ ਵਿੱਚ ਰਹਿਤੀ। ਸਾਨੰਦ ਧਾਰ ਸ਼ਿੰਗਾਰੈ, ਆਨੰਦ ਸਹਿਤ ਸ਼ਿੰਗਾਰ ਕਰਕੇ ਰਹਿੰਦੀ ਸੀ।
ਯਦਪ ਸਭੈ ਸੰਬੰਧੀ ਤਾਂ ਕੇ। ਭਾਵੇਂ ਫਿਰ ਸਾਕ ਸੰਬੰਧੀ ਜਿਹੜੇ ਆ ਉਸ ਦੇ ਕਹਤੇ ਰਹਤੇ ਬੈਨ ਕੁਬਾਕੇ, ਉਹ ਟੇਢੇ ਮੇਢੇ ਬੋਲ ਵੀ ਬੋਲਦੇ ਰਹਿੰਦੇ ਵੀ ਪਤੀ ਇਹਦਾ ਮਰ ਗਿਆ ਤੇ ਇਹ ਸ਼ਿੰਗਾਰ ਕਰੀ ਫਿਰਦੀ ਹੈ, ਇਹਨੇ ਵਿਧਵਾ ਵਾਲਾ ਬਾਣਾ ਕਿਉਂ ਨਹੀਂ ਪਹਿਨਿਆ। ਇਸ ਤਰ੍ਹਾਂ ਦੇ ਬੋਲ ਵੀ ਬੋਲਦੀ। ਤੂੰ ਸੁਹਾਗ ਕਿਸ ਹਿਤ ਧਰ ਰਾਖਾ, ਕਹਿੰਦੇ ਸੀ ਸੰਬੰਧੀ ਤੂੰ ਆ ਸੁਹਾਗ ਵਾਲਾ ਬਾਣਾ ਕਾਹਦੇ ਵਾਸਤੇ ਰੱਖਿਆ ਹੋਇਆ ਹੈ। ਕਿਆ ਕਿਛ ਮੰਦ ਆਹੇ ਅਬਿਲਾਖਾ, ਕੀ ਤੇਰੀ ਕੋਈ ਮਾੜੀ ਬਾਸ਼ਨਾ ਤਾਂ ਨਹੀਂ, ਇੱਛਾ ਤਾਂ ਨਹੀਂ ਹੈ। ਭਏ ਬਰਸ ਪਤ ਥਏ ਸ਼ਹੀਦੈ, ਦੇਖ ਸਾਲ ਹੋ ਗਿਆ ਤੇਰੇ ਪਤੀ ਨੂੰ ਸ਼ਹੀਦ ਹੋਇਆ। ਕਿਉਂ ਨਾ ਰੰਡੀਆਂ ਸੀ ਰਹਿ ਸਿੱਧੈ, ਤੂੰ ਵਿਧਵਾਵਾਂ ਵਾਂਗੂ ਕਿਉਂ ਨਹੀਂ ਹੋ ਕੇ ਸਿੱਧੀ ਸਾਫ਼ ਚਿੱਤ ਹੋ ਕੇ ਰਹਿੰਦੀ। ਦੇਤੇ ਬਬਿਦਾ ਨਿਤ ਇਹ ਤੇ ਤਾਨੇ, ਬਹੁਤ ਤਰ੍ਹਾਂ ਦੇ ਰੋਜ਼ ਭਾਈ ਜਿਹੜਾ ਸੰਸਾਰੀ ਲੋਕ ਤਾਨੇ ਮਾਰਦੇ। ਪੈਸੋ ਨੈ ਕਿਸ ਹੂੰ ਕੀ ਮਾਨੇ, ਪਰ ਉਹ ਕਿਸੇ ਦੀ ਨਹੀਂ ਸੀ ਮੰਨਦੀ। ਆਖਰ ਸਾਸ ਸਸੁਰ ਤਿਸ ਕੇਰੇ, ਆਖਰ ਫਿਰ ਬਾਬਾ ਰਾਮ ਸਿੰਘ ਜੀ ਦੇ ਭਾਵ ਉਹਦੇ ਸੱਸ ਸਹੁਰਾ ਜੋ ਪਿਤਾ ਸੀ ਤੇ ਮਾਂ ਹੈ ਉਹ ਬੂਝਨ ਤਿਸ ਕੋ ਲੱਗੇ ਵਧੇਰੇ, ਉਹ ਬਹੁਤਾ ਪੁੱਛਣ ਲੱਗੇ ਹਨ। ਭੇਦ ਸਮਾਣੀ ਨਾਹੇ ਬਤਾਵੇ, ਪਰ ਉਹ ਬਾਬਾ ਜੀ ਦਾ ਬਚਨ ਸੀ, ਇਸ ਕਰਕੇ ਕਿਸੇ ਨੂੰ ਭੇਦ ਨਹੀਂ ਦੱਸਦੀ। ਸੋ ਭੀ ਨਾਹੇ ਖਿਆਲ ਤਜਾਵੇ, ਤੇ ਉਹ ਖਿਆਲ ਵੀ ਨਹੀਂ ਛੱਡਦੀ ਹੈ। ਅੰਤ ਸਮਾਣੀ ਦੀਨੋ ਕਹਿ, ਹੁਣ ਜਦੋਂ ਬਾਰ-ਬਾਰ ਪੁੱਛਿਆ ਦੋਨੇ ਮਾਤਾ ਪਿਤਾ ਨੇ ਤਾਂ ਅੰਤ ਨੂੰ ਇਸਨੇ ਫਿਰ ਗੱਲ ਦੱਸ ਦਿੱਤੀ। ਸੁਤ ਤੁਮਰਾ ਆਵਤ ਮੁਝ ਪੈ ਹੈ, ਕਹਿੰਦੇ ਤੁਹਾਡਾ ਪੁੱਤਰ ਹਰ ਰੋਜ਼ ਮੇਰੇ ਕੋਲੇ ਆਉਂਦਾ ਹੈ। ਜੋ ਕਿਛ ਹੁਕਮ ਉਨੈ ਦੇ ਰਾਖਾ, ਤੇ ਉਹਨਾਂ ਨੇ ਮੈਨੂੰ ਇਹ ਜੋ ਹੁਕਮ ਦੇ ਰੱਖਿਆ ਸੋ ਮੈਂ ਕਰਤ ਭਰਤ ਅਭਿਲਾਖਾ, ਉਹੀ ਮੈਂ ਕਰਦੀ ਹਾਂ ਤੇ ਆਪਣੀ ਇੱਛਾ ਪੂਰੀ ਕਰਦੀ ਹਾਂ। ਪੈ ਨਾ ਆਜ ਤੇ ਫਿਰ ਸੋ ਐ ਹੈ, ਪਰ ਹੁਣ ਮੈਂ ਤੁਹਾਨੂੰ ਦੱਸਦਾ ਹੁਣ ਅੱਜ ਤੋਂ ਉਸਨੇ ਆਉਣਾ ਨਹੀਂ। ਥਾ ਇਕਰਾਰ ਇਹੀ ਹਮ ਸਹਿ ਹੈ, ਇਹੀ ਸਾਡੇ ਨਾਲ ਇਕਰਾਰ ਸੀ ਸਾਡੇ ਦੋਵਾਂ ਵਿੱਚ। ਆਜ ਰਾਂਡ ਮੋਹਿ ਤੁਮੈ ਬਨਾਇਓ, ਅਸਲ ਵਿੱਚ ਤੁਸੀਂ ਅੱਜ ਮੈਨੂੰ ਵਿਧਵਾ ਬਣਾਇਆ ਹੈ। ਕਹਿਓ ਜਿਮ ਰਹਿਓ ਤਿਸ ਪਾਇਓ, ਹੁਣ ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਰਹਾਂਗੀ। ਸਸੁਰ ਸਾਸ ਸੁਨ ਝੁਰੇ ਅਪਾਰੀ, ਸੱਸ ਤੇ ਸਹੁਰਾ ਬਹੁਤ ਜ਼ਿਆਦੇ ਝੂਰੇ ਹਨ। ਕਹਿਓ ਦਿਖਾਓ ਹਮੈ ਇੱਕ ਵਾਰੀ, ਕਿਹਾ ਸਾਨੂੰ ਇੱਕ ਵਾਰੀ ਦਿਖਾ ਦਿਓ। ਉਨ ਲੱਖ ਫਰਜ਼ ਅਰਜ ਕਰ ਭਾਰੈ, ਉਹਨੇ ਫਿਰ ਆਪਣਾ ਫਰਜ਼ ਜਾਣ ਕੇ ਬਹੁਤ ਬੇਨਤੀ ਕੀਤੀ। ਦੀਏ ਕਰਵਾਏ ਉਹਨੇ ਦੀਦਾਰੈ, ਉਹ ਮਾਤਾ ਪਿਤਾ ਨੂੰ ਵੀ ਬਾਬਾ ਰਾਮ ਸਿੰਘ ਜੀ ਦੇ ਦਰਸ਼ਨ ਕਰਵਾ ਦਿੱਤੇ। ਗਏ ਨ ਕਵੀ ਸ਼ਹੀਦ ਤਹਾਂ ਫਿਰ ਬਾਬਾ ਜੀ ਸ਼ਹੀਦੀ ਰੂਪ ਵਿੱਚ ਫੇਰ ਨਹੀਂ ਕਦੇ ਗਏ ਹਨ ਘਰੇ। ਮੈਲਾ ਵੇਸ ਸਮਾਣੀ ਕੀਏ ਫਿਰ ਉਸੇ ਤਰ੍ਹਾਂ ਦੇ ਆਮ ਸੰਸਾਰੀ ਵਸਤਰ ਜਿਹੜੇ ਹਨ ਉਸ ਪਤਨੀ ਨੇ ਬਾਬਾ ਜੀ ਨੇ ਕਰਕੇ ਬੈਠੇ ਰਹਿਣਾ। ਬਾਤ ਇਹੋ ਬਿਦਤੀ ਤਿਸ ਠੌਰੈ, ਇਹ ਗੱਲ ਸਾਰੇ ਜਗ੍ਹਾ ਤੇ ਪ੍ਰਤੱਖ ਪ੍ਰਗਟ ਹੋ ਗਈ। ਰਾਮ ਸਿੰਘ ਕੀ ਅਜਮਤ ਔਰੈ, ਤੇ ਬਾਬੇ ਰਾਮ ਸਿੰਘ ਜੀ ਦੀਆਂ ਹੋਰ ਕਰਾਮਾਤੀ ਗੱਲਾਂ। ਲਹਿਣੇ ਸਿੰਘ ਸਰਦਾਰ ਸੁਨ ਗੌਰੈ, ਤੇ ਜਿਹੜਾ ਲਹਿਣਾ ਸਿੰਘ ਸਰਦਾਰ ਸੀ ਇਹਨੇ ਫਿਰ ਸੁਣ ਕਰਕੇ ਧਿਆਇਓ ਬਾਬਾ ਮੰਨਤ ਤੌਰੈ, ਬਾਬਾ ਰਾਮ ਸਿੰਘ ਜੀ ਨੂੰ ਧਿਆਇਆ ਪੂਰੀ ਢੰਗ ਨਾਲ ਮੰਨਤਾ ਸਹਿਤ। ਸਾਹਿਬ ਰਾਮ ਸਿੰਘ ਮਨ ਪਾਇਓ, ਤੇ ਬਾਬੇ ਰਾਮ ਸਿੰਘ ਜੀ ਦੇ ਮਨ ਵਿੱਚ ਪਾਇਆ। ਲਹਿਣਾ ਸਿੰਘ ਕੋ ਸੁਪਨ ਦਿਖਾਇਓ, ਤੇ ਬਾਬਾ ਬੇਦੀ ਜੀ ਨੇ ਲਹਿਣਾ ਸਿੰਘ ਨੂੰ ਸੁਪਨਾ ਦਿਖਾਇਆ। ਲਵਪੁਰ ਕਿਲੇ ਦੇ ਕੇਰ ਦਰ ਜੋਈ,
ਇਹ ਲਾਭਪੁਰ ਲਾਹੌਰ ਦੇ ਕਿਲੇ ਦੇ ਜਿਹੜਾ ਦਰ ਹੈ, ਸ਼ਹਿਰ ਔਰ ਅਬ ਮੁੰਦਰਤ ਸੋਈ, ਸ਼ਹਿਰ ਦੇ ਵੱਲ ਜਿਹੜਾ ਹੁਣ ਬੰਦ ਹੈ। ਹੁਤੋ ਨਿਖਾਸ ਚੌਂਕ ਤੇ ਸਿਆਗੇ, ਉਹਦੇ ਅੱਗੇ ਇੱਕ ਨਿਖਾਸ ਚੌਂਕ ਹੁੰਦਾ ਸੀ, ਜਿੱਥੇ ਜ਼ਿਆਦਾਤਰ ਜਦੋਂ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਨਿਖਾਸ ਚੌਂਕ ਵਿੱਚ ਹੀ ਹੋਈਆਂ, ਉਹਨੂੰ ਸ਼ਹੀਦੀ ਚੌਂਕ ਕਿਹਾ ਜਾਂਦਾ ਹੈ। ਜਿੱਥੇ ਭਾਈ ਮਨੀ ਸਿੰਘ ਦੀ ਸ਼ਹੀਦੀ ਬੰਦ ਉੱਥੇ ਖੋਪਰ ਲਾਉਣਾ ਹੈ, ਉੱਥੇ ਹੋਰ ਸਿੰਘਾਂ ਦੀਆਂ ਸ਼ਹੀਦੀਆਂ ਜਿੰਨੀਆਂ ਲਾਹੌਰ ਵਿੱਚ ਉਹ ਚੌਂਕ 'ਚ ਕਰਦੇ ਸੀ ਤੇ ਦੁਨੀਆ ਨੂੰ ਦਿਖਾਉਂਦੇ ਸਨ ਤੁਰਕ। ਉਹਨੂੰ ਨਖਾਸ ਚੌਂਕ ਕਿਹਾ ਜਾਂਦਾ ਸੀ। ਇੰਨੀਆਂ ਸ਼ਹੀਦੀਆਂ ਹੋਈਆਂ, ਫਿਰ ਉਹਨੂੰ ਸ਼ਹੀਦੀ ਚੌਂਕ ਕਿਹਾ ਜਾਣ ਲੱਗਿਆ। ਸੀਸ ਸਿੰਘਨ ਕੇ ਤਹਿ ਬਹੁ ਆਗੇ, ਉੱਥੇ ਭਾਈ ਸਿੰਘਾਂ ਦੇ ਸੀਸ ਤਹਿ ਬਹੁ ਲਾਗੇ, ਬਹੁਤ ਹੀ ਲੱਗੇ ਨੇ। ਇਹ ਨਖਾਸ ਮੰਡੀ ਦਾ ਨਾਂ ਹੈ ਤੇ ਨਖਾਸ ਚੌਂਕ ਜਿਹੜਾ ਹੈ ਉਹਨੂੰ ਤਾਂ ਕਹਿੰਦੇ ਆ। ਤਿੰਨ ਸਿੰਘਨ ਯੁੱਤ ਸੀਸ ਹਮਾਰਾ, ਕਹਿੰਦੇ ਲਹਿਣਾ ਸਿੰਘਾ ਬਾਬਾ ਜੀ ਨੇ ਫਿਰ ਸੁਪਨੇ ਦਰਸ਼ਨ ਦੇ ਕੇ ਕਿਹਾ ਵੀ ਉਹ ਸਿੰਘਾਂ ਦੇ ਨਾਲ ਹੀ ਉੱਥੇ ਸਾਡਾ ਵੀ ਜਿਹੜਾ ਸੀਸ ਹੈ। ਢਿੱਗ ਮਸੀਤ ਹੈ ਕੂਪ ਮਝਾਰਾ, ਜੋ ਮਸੀਤ ਦੇ ਵਿੱਚ ਖੂਹ ਹੈ ਨਾ, ਉਹਦੇ ਵਿੱਚ ਹੈ ਸਾਡਾ ਸਿਰ। ਹਮਰੇ ਮਸਤਕ ਪਰ ਹੈ ਰੇਖਾ, ਸਾਡੇ ਮੱਥੇ ਦੇ ਉੱਤੇ ਇੱਕ ਰੇਖਾ ਲਿਖਤ ਹੋਊਗੀ, ਤੈਨੂੰ ਮਿਲੂਗੀ। ਓੰਗ ਸਤ ਨਾਮ ਦ੍ਰਿੜ ਲੇਖਾ, ਉਹਦੇ ਉੱਤੇ ਇੱਕ ਓੰਕਾਰ ਸਤਨਾਮ। ਇਹ ਦ੍ਰਿੜ ਹੋ ਕੇ ਭਾਵ ਰੇਖਾਵਾਂ ਦੇ ਨਾਲ ਬਾਬਾ ਰਾਮ ਸਿੰਘ ਜੀ ਦੇ ਮੱਥੇ ਦੇ ਉੱਤੇ ਇਹ ਧੁਰੋਂ ਦਰਗਾਹੋਂ ਲਿਖਿਆ ਹੋਇਆ ਸੀ, ਇੱਕ ਓੰਕਾਰ ਸਤਨਾਮ। ਵਾਹਿਗੁਰੂ ਕੀ ਫਤਿਹ ਅੱਖਰ ਜੇ, ਫਿਰ ਕਹਿੰਦੇ ਵਾਹਿਗੁਰੂ ਜੀ ਦੀ ਭਾਵ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਖਰ। ਮਨੀ ਸਿੰਘ ਕੇ ਮਾਥੇ ਪਰ ਥੇ, ਇਹ ਜਿਹੜਾ ਫਤਿਹ ਦੇ ਅੱਖਰ ਸਨ ਨਾ, ਇਹ ਭਾਈ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਮੱਥੇ ਦੇ ਉੱਤੇ ਸਨ। ਔਰ ਕਿਤਨ ਸਿੰਘਨ ਕਹਿ ਭਾਲੈ, ਹੋਰ ਵੀ ਜਿਹੜੇ ਸਿੰਘ ਨੇ ਕਹਿੰਦੇ ਉਹਨਾਂ ਦੇ ਮੱਥਿਆਂ ਪਰ ਵਾਹੇ ਆਹੇ ਕਹਿ ਹੋਗ ਅਕਾਲੈ, ਕਿਸੇ ਦੇ ਉੱਤੇ ਵਾਹੇ ਸ਼ਬਦ ਲਿਖਿਆ, ਕਿਸੇ ਤੇ ਵਾਹਿਗੁਰੂ, ਕਿਸੇ ਤੇ ਅਕਾਲ ਸ਼ਬਦ ਹੋ। ਵਰਣ ਗੁਰਮੁਖੀ ਹੋਏ ਪੜ ਲੀਜੋ, ਕਹਿੰਦੇ ਜਦੋਂ ਤੂੰ ਖੂਹ ਵਿੱਚੋਂ ਵੇਖੇਗਾ ਨਾ ਸੀਸ, ਜਿਹੜਾ ਸਿੰਘ ਦਾ ਸੀਸ, ਉਹਦੇ ਹਰੇਕ ਦੇ ਮੱਥੇ ਤੇ ਗੁਰਮੁਖੀ ਲਿਖੀ ਹੋਈ ਤੈਨੂੰ ਮਿਲੇਗੀ, ਉਹ ਪੜ ਲਈ। ਇਨ ਸਭ ਤਈ ਸ਼ਹੀਦ ਲਖੀਜੋ, ਤੇ ਜਾਣ ਲਈ ਕਿ ਇਹ ਸਾਰੇ ਸਿੰਘ ਸ਼ਹੀਦਾਂ ਦੇ ਸਿਰ ਨੇ, ਜਾਣ ਲਈ। ਅੰਸ ਅਵਤਾਰ ਗੁਰੂ ਕੇ ਪਿਆਰੇ, ਅੰਸ ਅਵਤਾਰ ਹੁੰਦੇ ਆ ਕੋਈ ਕਲਾ ਸ਼ਕਤੀ ਵਾਲਾ ਅਵਤਾਰ, ਗੁਰੂ ਦੇ ਪਿਆਰੇ। ਹੈ ਵਹਿ ਬਰਨ ਭਾਲ ਜਿਨ ਧਾਰੇ, ਉਹਨਾਂ ਦੇ ਕਹਿੰਦੇ ਭਾਈ ਮੱਥੇ ਦੇ ਉੱਤੇ ਅੱਖਰ ਸਾਰੇ ਲਿਖੇ ਹੋਏ ਐ। ਕਾਢ ਤਹਾਂ ਤੈ ਤੁਮ ਸਿਸਕਾਰੋ, ਲੈਣਾ ਸਿੰਘਾ ਉਸ ਖੂਹ ਵਿੱਚੋਂ ਸਿਰ ਕੱਢ ਕੇ ਨਾ ਤੂੰ ਸਾਰਿਆਂ ਦਾ ਸੰਸਕਾਰ ਕਰ। ਰਚੋ ਸ਼ਹੀਦ ਗੰਜ ਭਲ ਭਾਰੋ, ਤੇ ਇੱਕ ਵੱਡਾ ਸ਼ਹੀਦ ਗੰਜ ਅਸਥਾਨ ਬਣਾ। ਪੂਰਨ ਮਨਸਾ ਤੁਮਰੀ ਥੈ ਹੈ, ਤੇ ਤੇਰੇ ਔਲਾਦ ਨਹੀਂ ਨਾ ਹੈ, ਜਾਂ ਤੇਰੀ ਫਿਰ ਇੱਛਾ ਪੂਰੀ ਹੋ ਜਾਏਗੀ। ਦੀਨੋ ਦਰਸ਼ਨ ਇਮ ਕਹਿਤੈ ਹੈ, ਇਸ ਤਰ੍ਹਾਂ ਭਾਈ ਲਹਿਣਾ ਸਿੰਘ ਨੂੰ ਬਾਬਾ ਜੀ ਨੇ ਸੁਪਨੇ 'ਚ ਦਰਸ਼ਨ ਦੇ ਕਰਕੇ ਇਹ ਬਚਨ ਕਹੇ ਹਨ। ਚੌਪਈ ਰਾਮ ਸਿੰਘ ਲੋ ਸਿੰਘ ਅਪਾਰੈ, ਜੋ ਭਾਈ ਇਹ ਸਾਰੇ ਆਏ ਕਿਵੇਂ ਸੀ, ਬਾਬਾ ਰਾਮ ਸਿੰਘ ਜੀ ਇਤਿਆਦਿਕ ਜਿੰਨੇ ਸਿੰਘ ਲੜੇ, ਜੋ ਸਨਮੁਖ ਜੰਗ ਮਝਾਰੈ, ਜਿੰਨੇ ਵੀ ਸਨਮੁਖ ਹੋ ਕੇ ਮੈਦਾਨੇ ਜੰਗ ਵਿੱਚ ਇਉਂ ਲੜੇ ਹਨ। ਹਾਲ ਸਾਹਚੀ ਉਹਨੇ ਲਿਖਾਏ, ਉਸ ਸਮੇਂ ਸਾਚੀ ਜਦੋਂ ਜਿਉਂਦਾ ਸੀ ਉਹਨੇ ਸਾਰਾ ਹਾਲ ਲਿਖਿਆ। ਸਿਰ ਉਠਵਾਏ ਲਾਹੌਰ ਪਹੁੰਚਾਏ, ਤੇ ਉਹ ਸਿਰ ਚੁੱਕ ਕੇ ਲਾਹੌਰ ਪਹੁੰਚਾ ਦਿੱਤੇ ਸਨ। ਸ਼ਾਹੇ ਕਿਰਾਨ ਸਜਾਦੇ ਪਾਸ, ਜੋ ਕਿਰਾਨ ਸ਼ਾਹ ਸਜਾਦਾ ਸੀ ਉਹਦੇ ਕੋਲ। ਗਏ ਜਬੈ ਸਿਰ ਸਿੰਘਨ ਖਾਸ, ਜਦੋਂ ਇਹ ਸਿੰਘਾਂ ਦੇ ਸਿਰ ਗਏ ਸਨ। ਪੜ ਹਵਾਲ ਸਿੰਘਨ ਸਿਰ ਹੇਰ,
ਉਹ ਹਾਲ ਪੜ ਕੇ ਸਿੰਘਾਂ ਦੇ ਸਿਰ ਵੇਖ ਕਰਕੇ ਤਾਜਬ ਰਹਿਓ ਸਜਾਦਾ ਢੇਰ। ਸਜਾਦਾ ਜਿਹੜਾ ਸੀ ਬਹੁਤ ਜ਼ਿਆਦੇ ਹੈਰਾਨ ਹੋ ਗਿਆ। ਤੁਲਵਾਏ ਸਿਰ ਸਿੰਘਨ ਕੇਰੇ। ਉਹ ਕਹਿੰਦਾ ਇਉਂ ਕਰੋ, ਸਿੰਘਾਂ ਦੇ ਸੀਸ ਤੋਲੋ, ਕੱਚੇ ਮਣ ਭਏ ਵਧੇਰੇ। ਸਿੰਘਾਂ ਦੇ ਸਿਰਾਂ ਦਾ ਹੀ ਭਾਰ, ਕੱਚਾ ਮਣ ਜਿਹੜਾ ਹੈ ਉਦੋਂ ਵੀ ਵੱਧ ਹੋਏ। ਬਾਕੀ ਮੂਛ ਭੌਂ ਦ੍ਰਿਗ ਅਰਨੇ। ਬਾਂਕੀਆਂ ਮੁੱਛਾਂ ਪ੍ਰਵੱਟੇ ਤੇ ਲਾਲ ਅੱਖਾਂ। ਚਮਕਤ ਭਿਆਨਕ ਰਾਜਨ ਰਵ ਤਰਨੇ। ਜਿਵੇਂ ਕਹਿੰਦੇ ਭਾਈ ਸੂਰਜ ਦੁਪਹਿਰੇ ਚਮਕਦਿਆਂ ਚਮਕਦੀਆਂ। ਪਿਖ ਸ਼ਾਹਜਾਦੇ ਬੈਨ ਉਚਾਰੇ। ਕਿਰਾਨ ਸ਼ਾਹ ਸ਼ਹਿਜ਼ਾਦੇ ਨੇ ਨਾ ਵੇਖ ਕੇ ਬਚਨ ਕਹੇ ਬੋਲ। ਜਿਨ ਕੇ ਸਿਰ ਵੱਡ ਐਡੇ ਭਾਰੇ। ਕਹਿੰਦਾ ਜਿਨ੍ਹਾਂ ਦੇ ਐਡੇ ਵੱਡੇ ਭਾਰੇ ਸਿਰ ਨੇ। ਹੈ ਫਿਰ ਸੂਰਬੀਰ ਬਰਿਆਮ। ਉਹ ਤਾਂ ਫਿਰ ਬਹੁਤ ਵੱਡੇ ਸੂਰਬੀਰ ਬਰਿਆਮ ਯੋਧੇ। ਕਿਉਂ ਨਾ ਹੋਏ ਸੋ ਰਾਜੇ ਆਮ। ਇਹ ਭਲਾ ਕਿਉਂ ਨਹੀਂ ਖੁਦ ਰਾਜੇ ਬਣਨਗੇ। ਮਹਿਮਾ ਸਿੰਘਨ ਕੀ ਸ਼ਹਿਜ਼ਾਦੇ। ਸਿੰਘਾਂ ਦੀ ਇਹ ਮਹਿਮਾ ਸ਼ਹਿਜ਼ਾਦੇ ਨੇ। ਭਾਂਤ ਅਨੇਕ ਕਹਿ ਕਰ ਜਿਆਦੇ। ਬਹੁਤ ਤਰ੍ਹਾਂ ਨਾਲ ਭਾਈ ਕਹੀ ਹੈ। ਸਿਰ ਸਿੰਘਨ ਕੇ ਕੂਪ ਮਝਾਰੇ। ਸਿੰਘਾਂ ਦੇ ਜਿਹੜੇ ਸਿਰ ਨੇ ਨਾ ਉਹ ਖੂਹ ਦੇ ਵਿੱਚ ਗਿਰਵਾਏ ਚੁਕਵਾ ਕਰ ਸਾਰੇ। ਉਹ ਸਾਰੇ ਚੁਕਵਾ ਕੇ ਸੁਟਾ ਦਿੱਤੇ ਸੀ। ਤਬ ਲੋ ਖਬਰ ਤਾਹੇ ਢਿਗ ਆਈ। ਉਦੋਂ ਨੂੰ ਫਿਰ ਸਾਂਝ ਦੇ ਕੋਲੇ ਖਬਰ ਆ ਗਈ। ਮਰਿਓ ਸਾਹਚੀ ਹਟੀ ਲੜਾਈ। ਕਿ ਸੰਚੀ ਮਰ ਗਿਆ ਸ਼ਹਿਜ਼ਾਦਾ ਜੀ, ਜੰਗ ਬੰਦ ਹੋ ਗਈ ਹੈ। ਸੁਣ ਇਹ ਖਬਰ ਜਬਰ ਦੁੱਖ ਪਾਇਓ। ਇਹ ਖਬਰ ਸੁਣ ਕੇ ਨੇ ਬਹੁਤ ਦੁੱਖ ਪਾਇਆ। ਤਜ ਲਾਹੌਰ ਨਿਜ ਦੇਸ ਸਿਧਾਇਓ। ਇਹ ਫਿਰ ਲਾਹੌਰ ਛੱਡ ਕੇ ਆਪਣੇ ਦੇਸ਼ ਨੂੰ ਚਲਿਆ ਗਿਆ। ਖੈਬਰ ਦਰੇ ਔਰ ਨਹਿ ਗਇਓ। ਇਉਂ ਖੈਬਰ ਦਰੇ ਵੱਲ ਨਹੀਂ ਇਹ ਗਿਆ। ਜੋਰ ਸਿੰਘਨ ਕਾ ਉਤੈ ਲਖਾਇਓ। ਇਹ ਫਿਰ ਇਹਨੇ ਦੇਖਿਆ ਕਿ ਇਧਰ ਤੇ ਸਿੰਘਾਂ ਦਾ ਜਿਹੜਾ ਜ਼ੋਰ ਬਹੁਤਾ ਹੈ। ਦਰੇ ਬੁਲਾਨ ਕੇਰ ਮਗ ਲੀਓ। ਇਹ ਦਰੇ ਬੁਲਾਨ ਦਾ ਰਸਤਾ ਇਹਨੇ ਲੈ ਲਿਆ। ਜਾਏ ਕੰਧਾਰ ਵਿੱਚ ਥਿਰ ਥੀਓ। ਕੰਧਾਰ ਵਿੱਚ ਜਾ ਟਿਕਿਆ ਸ਼ਹਿਜ਼ਾਦਾ। ਇਤ ਦਿਸ ਸਿੰਘਨ ਗਿਲ ਜਿਉ ਤਾਈ। ਇਧਰ ਸਿੰਘਾਂ ਨੇ ਗਿਲਜਿਆਂ ਦੇ ਤਾਈ। ਮਾਰ ਅਟਕ ਜਬ ਦਇਓ ਟਪਾਈ। ਤੇ ਅਟਕ ਤੱਕ ਮਾਰ ਕੇ ਅਟਕ ਦਰਿਆ ਜਦੋਂ ਜਿਹੜਾ ਹੈ ਉਹ ਟਪਾ ਦਿੱਤਾ ਹੈ ਦੋਹਰਾ। ਲਹਿਣਾ ਸਿੰਘ ਸੁਨ ਬਚਨ ਇਹੋ। ਦਰਸ ਸਾਹਿਬੋਂ ਤਾਏ। ਇਧਰ ਭਾਈ ਲਹਿਣਾ ਸਿੰਘ ਜੀ ਨੂੰ ਜਦੋਂ ਬਾਬਾ ਰਾਮ ਸਿੰਘ ਜੀ ਬੇਦੀ ਦਾ ਇਹ ਬਚਨ ਹੋਇਆ ਤੇ ਸਾਹਿਬਾਂ ਦਾ ਦਰਸ਼ਨ ਕੀਤਾ। ਥਾਏ ਮੋਦ ਪਰਮੋਦ ਅਤ ਕੂਪ ਵਹੇ ਖੁਦਵਾਏ। ਇਹ ਬਹੁਤ ਖੁਸ਼ ਹੋਇਆ ਤੇ ਇਹਨੇ ਇਧਰ ਖੂਹ ਖੁਦਵਾ ਲਿਆ ਹੈ। ਚੌਪਈ ਹਿੰਦਨ ਕੀ ਬਾਦੈ ਛੁਡਵਾਈ। ਤੇ ਜਿਹੜੇ ਸਿੰਘ ਸਨ ਉਹਨਾਂ ਨੇ ਹਿੰਦੂਆਂ ਦੀਆਂ ਲੜਕੀਆਂ ਬਾਦਾਂ ਸਭ ਛੁਡਵਾਈਆਂ। ਵਿਪਰ ਹਰਨਪੁਰ ਵਾਰੇ ਤਾਈ। ਜਿੰਨੇ ਵਿਪਰ ਸਨ ਸਾਰੇ ਭਾਈ ਉਹਨਾਂ ਨੇ ਜੋ ਵੀ ਇਹਨਾਂ ਨੂੰ ਦੁਖੀ ਕਰਦੇ ਸੀ ਪਕੜੇ ਹੋਏ ਸਨ ਉਹ ਛੁਡਾਏ। ਤਿਸ ਕੀ ਬੇਟੀ ਬਹੂ ਦਲਾਈ। ਜਿੰਨੇ ਵਿਪਰ ਆਏ ਸੀ ਉਹਨਾਂ ਦੀਆਂ ਬਹੂ ਬੇਟੀਆਂ ਵਾਪਸ ਕਰਵਾਈਆਂ। ਪੈ ਨਾ ਹਿੰਦੂ ਐ ਸੋ ਮਿਲਾਈ। ਪਰ ਉਹ ਹਿੰਦੂਆਂ ਨੇ ਆਪਣੇ ਘਰ ਨਾ ਮਿਲਾਈਆਂ ਵੀ ਤੁਰਕਾਂ ਦੇ ਰਹਿ ਕੇ ਆਈਆਂ। ਰਹੀ ਨਿਆਰੀ ਆਵਲੈ ਸੋ। ਉਹ ਫਿਰ ਵੱਖਰੀਆਂ ਰਹੀਆਂ ਜਿਹੜੀਆਂ ਉਹ ਘਰ ਨਾ ਬੜੀਆਂ। ਜਾਣਤ ਦੇਸ ਉਸ ਕੇ ਲੋ। ਗਿਆਨੀ ਜੀ ਕਹਿੰਦੇ ਉਸ ਦੇਸ਼ ਦੇ ਲੋਕ ਇਸ ਗੱਲ ਨੂੰ ਜਾਣਦੇ ਆ। ਪੰਥ ਖਾਲਸੇ ਮੁਲਕ ਸੰਭਾਰਾ। ਇਧਰ ਪੰਥ ਖਾਲਸੇ ਨੇ ਮੁਲਕ ਸੰਭਾਲ ਲਿਆ। ਹਿੰਦਨ ਕੋ ਦੀਏ ਅਮਨ ਉਦਾਰਾ।
ਹਿੰਦ ਵਾਸੀਆਂ ਨੂੰ ਭਾਈ ਬਹੁਤ ਅਮਨ ਦਿੱਤਾ ਹੈ। ਥੇ ਜੋ ਤ੍ਰੈ ਭੰਗੀ ਸਰਦਾਰ, ਇਹ ਫਿਰ ਜਿਹੜੇ 3 ਭੰਗੀ ਸਰਦਾਰ ਸਨ, ਹੁਣ ਫਿਰ ਲਿਓ ਲਾਹੌਰ ਸੰਭਾਲ। ਇਹਨਾਂ ਨੇ ਫਿਰ ਲਾਹੌਰ ਨੂੰ ਸੰਭਾਲ ਲਿਆ। ਲਹਿਣਾ ਸਿੰਘ ਸੋਭਾ ਸਿੰਘ ਦੋਈ, ਲਹਿਣਾ ਸਿੰਘ ਤੇ ਸੋਭਾ ਸਿੰਘ ਇਹ ਦੋਵੇਂ ਭਰਾ ਸਨ। ਗੁੱਜਰ ਸਿੰਘ ਕਾ ਬੇਟਾ ਜੋਈ, ਤੇ ਇੱਕ ਜੋ ਭਾਈ ਗੁੱਜਰ ਸਿੰਘ ਦਾ ਬੇਟਾ ਪੁੱਤਰ ਹੈ ਜੋ। ਸਾਹਿਬ ਸਿੰਘ ਤੀਸਰਾ ਮੰਨ, ਤੀਜਾ ਸਾਹਿਬ ਸਿੰਘ ਮੰਨ ਲਓ। ਹਾਕਮ ਭਏ ਲਾਹੌਰ ਪਛਾਨ, ਇਹ ਹੁਣ ਲਾਹੌਰ ਦੇ ਹਾਕਮ ਬਣ ਗਏ ਦੋਹਰਾ। ਰਾਮ ਸਿੰਘ ਲਓ ਸਿੰਘਨ ਕੇ, ਲਹਿਣੇ ਸਿੰਘ ਨੇ ਸੀਸ। ਬਾਬਾ ਰਾਮ ਸਿੰਘ ਜੀ ਤੇ ਹੋਰ ਸਿੰਘਾਂ ਦੇ ਇਹ ਸਰਦਾਰ ਲਹਿਣਾ ਸਿੰਘ ਨੇ ਫਿਰ ਸਿਰ ਘੜਵਾ ਕੂਏ ਵਿੱਚ ਤੈ, ਸਿਸਕਾਰੇ ਭਲ ਕੀਸ। ਇਹਨਾਂ ਨੂੰ ਖੂਹ ਵਿੱਚੋਂ ਕਢਵਾ ਕੇ ਨਾ ਭਲੀ ਪ੍ਰਕਾਰ ਮਰਿਆਦਾ ਨਾਲ ਉੱਥੇ ਭਾਈ ਸੰਸਕਾਰ ਕੀਤਾ। ਸ਼ਹੀਦ ਗੰਜ ਤੇ ਸਠੌਰ ਮੈਂ ਦੀਨੋ ਉਨ ਬਨਵਾਏ। ਤੇ ਫਿਰ ਲਹਿਣਾ ਸਿੰਘ ਜੀ ਨੇ ਸ਼ਹੀਦ ਗੰਜ ਸਥਾਨ ਉਸ ਜਗ੍ਹਾ ਤੇ ਬਣਵਾਇਆ। ਮਨੀ ਸਿੰਘ ਲਓ ਸਿੰਘਨ ਕਾ, ਜੋ ਅਬ ਬਿਦਤ ਸਦਾਏ। ਜੋ ਫਿਰ ਭਾਈ ਮਨੀ ਸਿੰਘ ਇਤਿਆਦਿਕ ਹੋਰ ਸ਼ਹੀਦਾਂ ਦਾ ਇਹ ਸ਼ਹੀਦ ਗੰਜ ਹੁਣ ਤੱਕ ਭਾਈ ਪ੍ਰਤੱਖ ਹੈ। ਚੌਪਈ ਸੀਸ ਸਿੰਘਨ ਕੇ ਸਭ ਕਢਵਾਏ, ਸਾਰੇ ਸਿੰਘਾਂ ਦੇ ਸੀਸ ਕਢਵਾਏ ਨੇ। ਲੱਖਣ ਬਾਬੇ ਥੇ ਜੋ ਬਤਾਏ, ਜਿਹੜੀਆਂ ਨਿਸ਼ਾਨੀਆਂ ਲੱਛਣ ਬਾਬਾ ਜੀ ਨੇ ਦੱਸੇ ਸਨ। ਜਿਉਂ ਕਿ ਤਿਉਂ ਪ੍ਰਤੱਖ ਸਭ ਪਿਖ ਹੈ, ਉਹ ਸਾਰੇ ਜਿਉਂ ਦੇ ਤਿਉਂ ਪ੍ਰਤੱਖ ਵੇਖੇ। ਔਰ ਬੁਲਾਏ ਗੁਰ ਕੇ ਸਿੱਖ ਹੈ, ਹੋਰ ਗੁਰੂ ਦੇ ਸਿੱਖਾਂ ਨੂੰ ਬੁਲਾਇਆ। ਪੜ ਪੜ ਸਭ ਨੇ ਬੰਧਨ ਕੀਨੇ, ਸਾਰਿਆਂ ਨੇ ਮੱਥੇ ਤੇ ਗੁਰਬਾਣੀ ਗੁਰਮੁਖੀ ਉਕਰੀ ਪੜ ਪੜ ਕੇ ਨਮਸਕਾਰਾਂ ਕੀਤੀਆਂ। ਅੰਸ਼ ਅਵਤਾਰ ਗੁਰੂ ਕੇ ਚੀਨੇ, ਇਹ ਗੁਰੂ ਦੇ ਹੀ ਅੰਸ਼ਾ ਅਵਤਾਰ ਜਾਣੇ। ਚੰਦਨ ਭਾਰ ਕਈ ਮੰਗਵਾਏ, ਕਈ ਭਾਰ ਜਿਹੜਾ ਹੈ ਚੰਦਨ ਮੰਗਵਾਇਆ। ਅਗਰ ਘ੍ਰਿਤ ਜਬ ਤਿਲ ਸਮੁਦਾਏ, ਫਿਰ ਭਾਈ ਅਗਰ ਜਿਵੇਂ ਸੁਗੰਧਤ ਘਿਓ ਜਬ ਜੋਂ ਤਿਲ ਇਤਿਆਦਿਕ ਸਾਰੇ। ਦੋਏ ਠੌਰ ਰਚ ਚਿਤਾ ਉਦਾਰਾ, ਦੋ ਜਗ੍ਹਾ ਚਿਤਾ ਜਿਹੜੀਆਂ ਚਿਖਾ ਬਣਾਈਆਂ। ਇੱਕ ਪਰ ਬਾਬੇ ਕਾ ਸਿਰ ਧਾਰਾ, ਇੱਕ ਚਿਖਾ ਦੇ ਉੱਤੇ ਬਾਬੇ ਰਾਮ ਸਿੰਘ ਜੀ ਦਾ, ਕਿਉਂਕਿ ਗੁਰੂ ਕੀ ਅੰਸ਼ ਵੰਸ਼ ਹੈ, ਉਹ ਸਿਰ ਰੱਖਿਆ। ਦੁਤੀ ਠੌਰ ਸਭ ਸਿੰਘਨ ਕੇਰੇ, ਦੂਜੀ ਚਿਖਾ ਤੇ ਬਾਕੀ ਸਾਰੇ ਸਿੰਘਾਂ ਦੇ। ਮਨੀ ਸਿੰਘ ਲਓ ਥੇ ਜੋ ਬਧੇਰੇ, ਜੋ ਭਾਈ ਮਨੀ ਸਿੰਘ ਇਤਿਆਦਿਕ ਬਹੁਤ ਹੋਰ ਸਿੰਘ ਸ਼ਹੀਦ ਹੋਏ, ਉਹਨਾਂ ਸਾਰਿਆਂ ਦੇ ਸਿਰ। ਕੀਏ ਸੰਸਕਾਰ ਜੋ ਤੈ ਉਤਸ਼ਾਹ ਹੈ, ਉਤਸ਼ਾਹ ਸਹਿਤ ਸੰਸਕਾਰ ਕੀਤੇ। ਪੰਚਾਮ੍ਰਿਤ ਵਰਤਿਓ ਮਹਾ ਹੈ, ਬਹੁਤ ਭਾਈ ਕੜਾ ਪ੍ਰਸ਼ਾਦ ਵਰਤਾਇਆ। ਦੋਏ ਸ਼ਹੀਦ ਗੰਜ ਰਚਵਾਏ, ਫਿਰ 2 ਸ਼ਹੀਦ ਗੰਜ ਬਣਾਏ। ਮਨੀ ਸਿੰਘ ਕਾ ਏਕ ਸਦਾਈ, ਇੱਕ ਸ਼ਹੀਦ ਗੰਜ ਨੂੰ ਮਨੀ ਸਿੰਘ ਜੀ ਦਾ ਸ਼ਹੀਦ ਗੰਜ ਕਹਿੰਦੇ। ਦੋਤੀ ਸਾਹਿਬੋਂ ਕੇਰ ਕਹਾਏ, ਦੂਜਾ ਬਾਬਾ ਰਾਮ ਸਿੰਘ ਜੀ ਦਾ ਸ਼ਹੀਦ ਗੰਜ ਕਹਾਉਂਦਾ ਹੈ। ਉੱਪਰ ਸੁੱਚ ਰੁਮਾਲ ਪਹਿਰਾਏ, ਉੱਪਰ ਭਾਈ ਸੁੱਚੇ ਰੁਮਾਲੇ ਪਾਏ ਗਏ। ਤਿਸ ਪਰ ਸ਼ਾਸਤਰ ਧਰੇ ਮਹਾਨੇ, ਉਹਦੇ ਉੱਤੇ ਫਿਰ ਬਹੁਤ ਸ਼ਾਸਤਰ ਰੱਖੇ। ਤਨੀ ਚਾਂਦਨੀ ਚਾਂਦ ਸਮਾਨੇ, ਚੰਦ ਵਾਂਗੂ ਚਾਨਣੀਆਂ ਲਾਈਆਂ ਗਈਆਂ। ਝੰਡਾ ਤਾਹਾਂ ਸ਼ਹੀਦਨ ਕੇਰਾ, ਉੱਥੇ ਸ਼ਹੀਦਾਂ ਦਾ ਜੋ ਝੰਡਾ ਹੈ। ਝੁਲਵਾਇਓ ਸਰਦਾਰ ਵਧੇ ਵਡੇਰਾ, ਇਉਂ ਭਾਈ ਵੱਡਾ ਜਿਹੜਾ ਹੈ ਉਹ ਝੁਲਵਾਇਆ ਹੈ। ਸੁੰਦਰ ਦੀਏ ਮੁਕਾਨ ਬਨਵਾਏ,
ਸੋਹਣੇ ਸੁੰਦਰ ਮਕਾਨ ਬਣਾ ਦਿੱਤੇ। ਦਈ ਜਗੀਰ ਔਰ ਬਹੁ ਲਾਏ, ਤੇ ਹੋਰ ਬਹੁਤ ਜਗੀਰ ਲਾ ਦਿੱਤੀ ਉਸ ਸਥਾਨ ਨੂੰ। ਸਿਦਕੀ ਸਿੰਘ ਥਾ ਏਕ ਅਰੋੜਾ, ਇੱਕ ਅਰੋੜਾ ਗੋਤ ਦਾ ਸਿਦਕੀ ਸਿੰਘ ਸੀ। ਹਰ ਗੁਰ ਭਗਤ ਉਦਾਰ ਮੋੜਾ, ਉਹ ਹਰੀ ਪਰਮੇਸ਼ਰ ਗੁਰੂ ਦੀ ਭਗਤੀ ਕਰਨ ਵਾਲਾ ਬਹੁਤ ਹੀ ਪੱਕਾ ਗੁਰਸਿੱਖ। ਗਿਆਨ ਸਿੰਘ ਜਪ ਤਪ ਕੀ ਮੂਰਤ, ਜਿਹਦਾ ਨਾਂ ਗਿਆਨ ਸਿੰਘ ਜਪ ਤਪ ਦੀ ਮੂਰਤੀ ਸੀ। ਤਿਸੈ ਟਹਿਲ ਸੌਂਪੀ ਸਭ ਸੂਰਤ, ਸਾਰੇ ਤਰ੍ਹਾਂ ਦੀ ਜਿਹੜੀ ਸੇਵਾ ਟਹਿਲ ਸ਼ਹੀਦ ਗੰਜਾਂ ਦੀ ਉਹ ਸੌਂਪ ਦਿੱਤੀ ਉਸਨੂੰ। ਜੋੜ ਤਹਾਂ ਮੱਸਿਆ ਕਾ ਹੋਵੈ, ਗਿਆਨੀ ਜੀ ਕਹਿੰਦੇ ਭਾਈ ਉੱਥੇ ਮੱਸਿਆ ਦਾ ਜੋੜ ਮੇਲਾ ਹੁੰਦਾ ਹੈ। ਦਰਸ਼ਨ ਕਰ ਜਨ ਸੰਕਟ ਖੋਵੈ, ਤੇ ਦਰਸ਼ਨ ਕਰਕੇ ਲੋਕੀ ਆਪਣੇ ਦੁੱਖ ਜਿਹੜੇ ਹਨ ਉਹ ਦੂਰ ਕਰਦੇ ਐ। ਅਬ ਹਰ ਭਗਤ ਸਿੰਘ ਤੇ ਬੇਟਾ, ਜਦੋਂ ਗਿਆਨੀ ਜੀ ਨੇ ਇਤਿਹਾਸ ਲਿਖਿਆ ਉਦੋਂ ਦੱਸਦੇ ਵੀ ਹੁਣ ਭਾਈ ਉਹਨਾਂ ਦਾ ਪੁੱਤਰ ਹੈ ਭਗਤ ਸਿੰਘ। ਉਪਕਾਰੀ ਸਿਦਕੀ ਆ ਮੇਟਾ, ਜਿਹੜਾ ਬੜਾ ਪਰਉਪਕਾਰੀ ਹੈ ਸਿਦਕੀ ਹੈ ਸੋ ਤਹਾਂ ਮਹੰਤ ਪੁਜਾਰੀ, ਉਹ ਉੱਥੋਂ ਦਾ ਮਹੰਤ ਪੁਜਾਰੀ ਹੈ। ਟਹਿਲ ਕਰਤ ਇੱਕ ਔਰ ਹੈ ਭਾਰੀ, ਇਸ ਤਰ੍ਹਾਂ ਭਾਈ ਉਹ ਹੋਰ ਵੀ ਵੱਡੀ ਇੱਕ ਸੇਵਾ ਕਰਦਾ ਹੈ। ਨਨਕਾਣੇ ਸਾਹਿਬ ਗੁਰਦੁਆਰਾ, ਜੋ ਨਨਕਾਣਾ ਸਾਹਿਬ ਗੁਰਦੁਆਰਾ ਹੈ। ਸੰਗਤ ਲੈ ਨਿਜ ਸੰਗ ਪਾਰ, ਆਪਣੇ ਨਾਲ ਬਹੁਤ ਸੰਗਤ ਲੈ ਕੇ ਉੱਥੇ ਵੀ ਜਾਂਦਾ ਹੈ। ਸਾਲ ਬਸਾਲੇ ਜਾਵਤ ਵਹਿ, ਹਰ ਸਾਲ ਕਹਿੰਦੇ ਉਹ ਯਾਤਰਾ ਤੇ ਲੈ ਕੇ ਜਾਂਦਾ ਸੰਗਤ। ਕਰ ਉਗਰਾਹੀ ਲੰਗਰ ਦੈ, ਉਗਰਾਹੀ ਕਰਦਾ ਤੇ ਲੰਗਰ ਲਾਉਂਦਾ ਹੈ। ਅਬ ਸਰਕਾਰ ਅੰਗਰੇਜ਼ੀ ਤੈ ਹੈ, ਗਿਆਨੀ ਜੀ ਕਹਿੰਦੇ ਵੀ ਹੁਣ ਅੰਗਰੇਜ਼ਾਂ ਦੀ ਸਰਕਾਰ ਹੈ ਉੱਥੇ। ਮਿਲੀ ਜ਼ਮੀਨ ਤਾਹੇ ਮਗ ਮੈਂ ਹੈ, ਰਸਤੇ ਵਿੱਚ ਉਹ ਜ਼ਮੀਨ ਮਿਲੀ ਹੋਈ ਹੈ। ਔਰ ਐ ਲੋਗਨ ਕੂਪ ਲਗਾਏ, ਹੋਰ ਲੋਕਾਂ ਨੇ ਖੂਹ ਲਾਏ ਹਨ। ਦਏ ਮੁਕਾਨ ਧਰਮ ਹਿਤ ਪਾਏ, ਧਰਮ ਦੇ ਵਾਸਤੇ ਉਹਨਾਂ ਨੇ ਮਕਾਨ ਘਰ ਪਾ ਦਿੱਤੇ ਨੇ। ਸ੍ਰੀ ਧਮ ਧਾਨ ਸਾਹਿਬ ਹੈ ਕੇਰੂ, ਜਿਵੇਂ ਸ੍ਰੀ ਧਮਧਾਨ ਸਾਹਿਬ ਹੈ। ਮੱਲ ਸਿੰਘ ਹੈ ਮਹੰਤ ਭਲ ਹੇਰੂ, ਉੱਥੋਂ ਦਾ ਬਹੁਤ ਚੰਗਾ ਮਹੰਤ ਹੈ ਜਿਹਦਾ ਨਾਮ ਮੱਲ ਸਿੰਘ ਹੈ। ਤਿੰਨ ਭੀ ਕੂਪ ਏਕ ਤਹਿ ਲਾਇਓ, ਉਹਨੇ ਵੀ ਕਹਿੰਦੇ ਭਾਈ ਉੱਥੇ ਖੂਹ ਲਾਇਆ ਹੋਇਆ ਇੱਕ। ਰਸਤਾ ਸੰਗਤ ਹੇਤ ਸੁਧਾਇਓ, ਤੇ ਸੰਗਤ ਵਾਸਤੇ ਰਸਤਾ ਵੀ ਬਹੁਤ ਸੋਹਣਾ ਬਣਵਾਇਆ ਹੋਇਆ। ਇਤਿਆਦਿਕ ਉਪਕਾਰ ਉਦਾਰੇ, ਇਹੋ ਜਿਹੇ ਕਹਿੰਦੇ ਜਿਹੜੇ ਪਰਉਪਕਾਰ ਨੇ ਨਾ ਵੱਡੇ ਵੱਡੇ। ਕੀਨ ਭਗਤ ਸਿੰਘ ਹਮੈ ਨਿਹਾਰੇ, ਇਹ ਕਹਿੰਦੇ ਭਾਈ ਭਗਤ ਸਿੰਘ ਨੂੰ ਮੈਂ ਗਿਆਨੀ ਜੀ ਕਹਿੰਦੇ ਖੁਦ ਕਰਦੇ ਆ ਪਰਉਪਕਾਰ ਕਰਦੇ ਆ ਵੇਖਿਆ ਹੈ। ਸੇਵ ਸ਼ਹੀਦਨ ਕੀ ਸਦ ਕਰ ਹੈ, ਉਹ ਹਮੇਸ਼ਾ ਸ਼ਹੀਦਾਂ ਦੀ ਸੇਵਾ ਕਰਦਾ ਹੈ। ਰੌਣਕ ਰਾਖਤ ਸ਼ਰਧਾ ਧਰ ਹੈ, ਬਹੁਤ ਸ਼ਰਧਾ ਧਾਰ ਕੇ ਗੁਰੂ ਮਹਾਰਾਜ ਦੇ ਘਰ ਦਰ ਵਿੱਚ ਰੌਣਕਾਂ ਰੱਖਦਾ, ਦੀਵਾਨ ਲਾਉਂਦਾ, ਉਪਦੇਸ਼ ਕਰਦਾ, ਸੇਵਾ ਕਰਦਾ ਹੈ। ਇਸ ਤਰ੍ਹਾਂ ਗਿਆਨੀ ਜੀ ਨੇ ਆਪਣੇ ਸਮੇਂ ਦੀ ਵੀ ਗੱਲ ਨਾਲ ਦੱਸ ਦਿੱਤੀ ਹੈ। ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ, ਬਾਕੀ ਇਸ ਤੋਂ ਅਗਲਾ ਇਤਿਹਾਸ ਆਪਾਂ ਕੱਲ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।